ਸਤਿ ਸ਼੍ਰੀ ਅਕਾਲ ਜੀ। ਸਿਹਤ ਸੁਧਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਅਸੀਂ ਹਾਜ਼ਰ ਹੋਏ ਹਾਂ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲ, ਜਿਨ੍ਹਾਂ ਕੋਲੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬੀਆਂ ਦੀ ਪ੍ਰਜਨਨ ਪ੍ਰਣਾਲੀ ਦੇ ਉੱਤੇ ਹਵਾ, ਪਾਣੀ ਤੇ ਪ੍ਰਦੂਸ਼ਣ ਦਾ ਜਿਹੜਾ ਅਸਰ ਪਿਆ ਤੇ ਜਿਹੜਾ ਸਾਡੇ ਖਾਣ ਪਾਣ ਦਾ ਜਿਹੜਾ ਅਸਰ ਪਿਆ, ਉਸ ਦੇ ਨਾਲ ਅੱਗੇ ਪੰਜਾਬੀਆਂ ਨੂੰ ਸੱਭਿਅਤਾ ਅੱਗੇ ਵਧਾਉਣ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਨੇ। ਇੱਥੋਂ ਤੱਕ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਦੀ ਸੱਭਿਅਤਾ ਲਗਭਗ ਜਿਹੜੀ ਆ ਉਹ ਖਤਰੇ ਦੇ ਵਿੱਚ ਆ ਚੁੱਕੀ ਹੈ ਤੇ ਅੱਗੇ ਔਲਾਦ ਪੈਦਾ ਹੋਣੀ ਜਿਹੜੀ ਆ ਉਹ ਬੰਦ ਹੋ ਸਕਦੀ ਹੈ। ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਇੱਕ ਵੱਡਾ ਖਤਰਾ ਪੈਦਾ ਹੋ ਗਿਆ ਪੰਜਾਬੀਆਂ ਦੀ ਸੱਭਿਅਤਾ ਲਈ। ਪੰਜਾਬੀਆਂ ਦੀ ਪ੍ਰਜਨਨ ਪ੍ਰਣਾਲੀ ਜਿਹੜੀ ਆ ਉਹ ਖਤਰੇ ਦੇ ਵਿੱਚ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਅੱਗੇ ਔਲਾਦ ਪੈਦਾ ਹੋਣੀ ਵੀ ਜਿਹੜੀ ਆ ਉਹ ਲਗਭਗ ਨਾਮੁਮਕਿਨ ਹੁੰਦੀ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਤੇ ਮੂਲ ਕਾਰਨ ਕੀ ਹੈ ਤੇ ਅਸਲ ਦੇ ਵਿੱਚ ਪ੍ਰਜਨਨ ਪ੍ਰਣਾਲੀ ਜਿਹੜੀ ਹੈ ਕੀ ਚੀਜ਼ ਹੈ ਤੇ ਕਿਸ ਤਰੀਕੇ ਨਾਲ ਜਿਹੜੀ ਹੈ ਇਹ ਅੱਗੇ ਸਭਿਅਤਾ ਅੱਗੇ ਵੱਧਦੀ ਹੈ? ਕੁਲਵੰਤ ਜੀ, ਜਿਹੜਾ ਕੋਈ ਵੀ ਜੀਵ ਹੈ ਉਹ ਕੁਦਰਤ ਦਾ ਜਿਹੜਾ ਹਿੱਸਾ ਹੈ, ਤਾਂ ਉਹਦੇ ਅੰਦਰ ਇੱਕ ਜਿਹੜੀ ਕੁਦਰਤ ਨੇ ਸ਼ਕਤੀ ਦਿੱਤੀ ਉਹਨੂੰ ਕਿ ਆਪਣੇ ਵਰਗਾ ਹੋਰ ਪੈਦਾ ਕਰੇ ਉਹ, ਕਿ ਤਾਂ ਹੀ ਉਹਦੀ ਜਿਹੜੀ ਅੱਗੇ ਜਿਹੜੀ ਉਹਦੀ ਲਗਾਤਾਰਤਾ ਹੈ ਉਹਦੀ ਪੀੜ੍ਹੀ ਦੀ, ਉਹਦੀ ਜਨਰੇਸ਼ਨ ਦੀ, ਉਹਦੀ ਪ੍ਰਜਾਤੀ ਦੀ ਉਹੀ ਰਹਿੰਦੀ ਹੈ। ਕੋਈ ਵੀ ਪ੍ਰਜਾਤੀ ਜਿਹਦੀ ਪ੍ਰਜਨਨ ਕਿਰਿਆ ਦੇ ਵਿੱਚ ਕਿਸੇ ਕਿਸਮ ਦਾ ਅੜਿੱਕਾ ਆਏਗਾ ਤਾਂ ਉਹ ਪ੍ਰਜਾਤੀ ਖਤਮ ਹੋ ਜਾਂਦੀ ਹੈ। ਔਰ ਸਾਡੇ ਆਲੇ ਦੁਆਲੇ ਵੇਖਦਿਆਂ ਅਨੇਕਾਂ ਪ੍ਰਜਾਤੀਆਂ ਲਗਾਤਾਰ ਗਾਇਬ ਹੋ ਰਹੀਆਂ ਨੇ। ਉਹਦੇ 'ਚ ਗਿੱਧ ਦਾ ਮਸਲਾ ਸਭ ਤੋਂ ਉੱਪਰ ਹੈ ਕਿ ਗਿੱਧ ਜਿਹੜੀ ਹੈ ਗਾਇਬ ਹੀ ਹੋ ਗਈ। ਉਸ ਤੋਂ ਬਾਅਦ ਜਿਹੜੇ ਨੇ ਬਹੁਤ ਸਾਰੇ ਪੰਛੀ ਜਿਹੜੇ ਨੇ, ਸ਼ਿਕਾਰੀ ਪੰਛੀ ਨੇ, ਉਹਦੇ 'ਚ ਇੱਲ ਹੈ ਬਹੁਤ ਘੱਟ ਰਹੀ ਹੈ, ਬਾਜ ਵਾਲੀ ਫੈਮਿਲੀ ਬਹੁਤ ਘੱਟ ਰਹੀ ਹੈ, ਉੱਲੂ ਘੱਟ ਗਏ ਆ, ਚਿੜੀਆਂ ਘੱਟ ਰਹੀਆਂ ਨੇ। ਇਹ ਸਾਰੀਆਂ ਪ੍ਰਜਾਤੀਆਂ ਜਿਹੜੀਆਂ ਨੇ ਉਹ ਗਾਇਬ ਹੋ ਰਹੀਆਂ ਨੇ ਕਿਉਂਕਿ ਉਹਨਾਂ ਦੀ ਪ੍ਰਜਨਨ ਪ੍ਰਣਾਲੀ ਜਿਹੜੀ ਹੈ ਉਹ ਉਹਨਾਂ ਦਾ ਸਾਥ ਨਹੀਂ ਦਿੰਦੀ। ਕਿਤੇ ਨਾ ਕਿਤੇ ਉਹਦੇ 'ਚ ਨੁਕਸ ਪੈਣ ਲੱਗ ਜਾਂਦੇ ਨੇ, ਵਿਕ੍ਰਿਤੀਆਂ ਆਉਣ ਲੱਗ ਜਾਂਦੀਆਂ ਨੇ ਤੇ ਉਹ ਅੱਗੇ ਜਿਹੜੀ ਬੱਚੇ ਪੈਦਾ ਕਰਦੇ ਆ, ਉਹ ਬੱਚੇ ਪੈਦਾ ਹੋਣੇ ਜਾਂ ਤਾਂ ਬੰਦ ਹੋ ਜਾਂਦੇ ਆ ਜਾਂ ਇੰਨੇ ਕਮਜ਼ੋਰ ਬੱਚੇ ਪੈਦਾ ਹੁੰਦੇ ਆ ਕਿ ਉਸ ਤੋਂ ਅੱਗੇ ਬੱਚੇ ਨਹੀਂ ਪੈਦਾ ਕਰ ਸਕਦੇ। ਯਾਨੀ ਕਿ ਅਗਲੀ ਤੋਂ ਅਗਲੀ ਪੀੜ੍ਹੀ 'ਚ ਵੀ ਜਾ ਕੇ ਉਹ ਜਾ ਸਾਰਾ ਅਸਰ ਦਿਖਦਾ। ਤਾਂ ਇਹ ਪ੍ਰਕਿਰਿਆ ਜਿਹੜੀ ਹੈ ਇਹ ਪੰਜਾਬ ਦੇ ਅੰਦਰ ਖਾਸ ਕਰਕੇ, ਔਰ ਵੈਸੇ ਤਾਂ ਦੁਨੀਆ ਦੇ ਵਿੱਚ ਵੀ ਇਸ ਗੱਲ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਇੰਡੀਕੇਟਰਸ ਹੈਗੇ ਆ, ਬਹੁਤ ਸਾਰੇ ਮਾਪਦੰਡ ਜਿਹੜੇ ਨੇ ਦੁਨੀਆ ਦਾ ਵੀ ਕੋਈ ਬਹੁਤ ਅੱਛਾ ਨਕਸ਼ਾ ਪੇਸ਼ ਨਹੀਂ ਹੋ ਰਿਹਾ। ਲੇਕਿਨ ਪੰਜਾਬ 'ਚ ਖਾਸ ਕਰਕੇ ਜਿਹੜੀ ਇਹ ਪ੍ਰਕਿਰਿਆ ਹੈ ਉਹ ਬਹੁਤ ਹੀ ਪ੍ਰਚੰਡ ਹੈ। ਔਰ ਇਹਦੇ 'ਚ ਆਪਾਂ ਜਿਹੜੀ ਸਰੀਰਕ ਸਿਹਤ ਹੈ, ਮਾਨਸਿਕ ਸਿਹਤ ਹੈ ਅਤੇ ਪ੍ਰਜਨਨ ਸਿਹਤ ਹੈ, ਇਹ ਤਿੰਨੇ ਇੱਕੋ ਹੀ ਵੱਡੀ ਸਿਹਤ ਦਾ ਹਿੱਸਾ ਨੇ। ਕਿਉਂਕਿ ਜਿਸ ਸਮਾਜ ਦੇ ਅੰਦਰ ਸਰੀਰਕ ਬਿਮਾਰੀਆਂ ਬਹੁਤ ਜ਼ਿਆਦਾ ਹੋਣਗੀਆਂ ਔਰ ਖਾਸ ਕਰਕੇ ਉਹ ਸਰੀਰਕ ਬਿਮਾਰੀਆਂ ਜਿਹੜੀਆਂ ਕਿ ਸਰੀਰ 'ਚ ਘਰ ਕਰਕੇ ਬੈਠ ਜਾਂਦੀਆਂ ਨੇ, ਜਿੱਦਾਂ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਖੂਨ ਦੀਆਂ ਨਾੜਾਂ ਦੀਆਂ ਬਿਮਾਰੀਆਂ। ਅੱਜ ਖੂਨ ਦੀਆਂ ਨਾੜਾਂ ਦੀ ਬਿਮਾਰੀ ਜਿਹੜੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਖੂਨ ਦੀਆਂ ਨਾੜਾਂ ਅੰਦਰੋਂ ਭੀੜੀਆਂ ਹੋ ਰਹੀਆਂ ਨੇ, ਉਹਦੇ ਅੰਦਰ ਸੋਜਿਸ਼ ਆ ਰਹੀ ਹੈ ਔਰ ਜਿਹੜੇ ਸਾਡੇ ਅੱਡ ਅੰਗ ਨੇ ਉਹਨਾਂ ਨੂੰ ਖੂਨ ਨਹੀਂ ਠੀਕ ਪਹੁੰਚ ਰਿਹਾ, ਜਿਹਦੇ ਨਾਲ ਹਾਰਟ ਅਟੈਕਸ ਹੋ ਰਹੇ ਹੈ, ਬ੍ਰੇਨ ਸਟ੍ਰੋਕਸ ਹੋ ਰਹੇ ਹੈ ਔਰ ਉਹਦੇ ਨਾਲ ਮੋਟਾਪਾ ਰਲ ਗਿਆ। ਤਾਂ ਇਹ ਸਾਰੀਆਂ ਜਿਹੜੇ ਇੰਨੀ ਕੈਂਸਰ ਰਲ ਗਿਆ, ਨਾਲ ਕੈਂਸਰ ਰਲ ਗਿਆ ਔਰ ਹੋਰ ਬਹੁਤ ਸਾਰੀਆਂ ਬਿਮਾਰੀਆਂ, ਲੰਬੀ ਲਿਸਟ ਹੈ ਉਹਦੀ ਇੱਕ ਸਰੀਰਕ ਬਿਮਾਰੀਆਂ ਦੀ, ਜਿਹੜੀ ਕਿ ਉਹ ਬਿਮਾਰੀਆਂ ਨੇ ਜਿਹਨਾਂ ਨੂੰ ਆਪਾਂ ਨੇ ਅੰਗਰੇਜ਼ੀ 'ਚ ਕਹਿੰਦੇ ਹਾਂ ਕਰੋਨਿਕ ਐਂਡ ਇਨਕਿਉਰੇਬਲ ਡਿਜ਼ੀਜ਼ਸ, ਕਿ ਪੁਰਾਣੀਆਂ ਬਿਮਾਰੀਆਂ ਨੇ ਜਦੋਂ ਘਰ 'ਚ ਕਰਦੀਆਂ ਨੇ ਸਰੀਰ ਦੇ ਅੰਦਰ ਅਤੇ ਫਿਰ ਉਹਨੂੰ ਛੱਡਦੀਆਂ ਨਹੀਂ ਸਰੀਰ ਨੂੰ, ਉਹਨੂੰ ਫਿਰ ਹੌਲੀ ਖੋਖਲਾ ਕਰ ਦਿੰਦੀਆਂ ਨੇ ਅੰਦਰੋਂ। ਅਤੇ ਖੋਖਲਾ ਸਰੀਰ ਜਿਹੜਾ ਉਹ ਦਵਾਈਆਂ ਦੇ ਸਿਰ 'ਤੇ ਐਵੇਂ ਜਿਹੜੇ ਕਿ ਡੰਗ ਟਪਾਊ ਤਰੀਕਿਆਂ ਨਾਲ ਖਿੱਚ ਕੇ ਅਸੀਂ 60-70 ਸਾਲ ਪੂਰੇ ਕਰਦੇ ਹਾਂ ਅਤੇ 70 ਸਾਲ 'ਚ ਜਾ ਕੇ ਬਹੁਤੇ ਲੋਕ ਜਿਹੜੇ ਨੇ ਉਹ ਲੁੜਕ ਜਾਂਦੇ ਆ। ਤਾਂ ਇਹ ਸਰੀਰਕ ਬਿਮਾਰੀਆਂ ਦੀ ਜਿਹੜੀ ਅਵਸਥਾ ਹੈ ਉਹਦੇ ਨਾਲ ਜੁੜਿਆ ਹੋਇਆ ਸਾਡੀ ਮਾਨਸਿਕ ਅਵਸਥਾ ਵੀ ਹੁੰਦੀ ਹੈ। ਅਤੇ ਮਾਨਸਿਕ ਬਿਮਾਰੀਆਂ ਵੀ ਸਾਡੇ ਅੰਦਰ ਆਪਾਂ ਫੀਲ ਕਰਦੇ ਹਾਂ ਕਿ ਸਾਡੇ ਸਰੀਰ ਜਿਹੜੇ ਸਮਾਜ ਦੇ ਅੰਦਰ ਆਲੇ ਦੁਆਲੇ 'ਚ ਮਾਨਸਿਕ ਬਿਮਾਰੀਆਂ ਬਹੁਤ ਜ਼ਿਆਦਾ, ਜਿਹਨੂੰ ਕਹਿੰਦੇ ਮਹਾਂਮਾਰੀ ਦੀ ਸ਼ਕਲ ਲੈ ਚੁੱਕੀਆਂ ਨੇ, ਕਿ ਕਿਸੇ ਨੂੰ ਚਿੰਤਾ ਰੋਗ ਖਾਈ ਜਾ ਰਿਹਾ, ਕਿਸੇ ਨੂੰ ਡਿਪਰੈਸ਼ਨ ਲੱਗਿਆ ਹੋਇਆ, ਕੋਈ ਆਊਟਰਾਈਟਲੀ ਮਾਨਸਿਕ ਰੋਗੀ ਬਣ ਗਿਆ ਹੋਇਆ, ਪਾਗਲ ਹੋ ਗਿਆ ਹੋਇਆ। ਤਾਂ ਇੱਦਾਂ ਦੀਆਂ ਅਨੇਕਾਂ ਜਿਹੜੀਆਂ ਬਿਮਾਰੀਆਂ ਮਾਨਸਿਕ ਵੀ ਹੈਗੀਆਂ ਨੇ। ਅਤੇ ਉਹਦੇ ਨਾਲ ਜੁੜੀ ਹੋਈ ਇੱਕ ਤੀਜੀ ਸਮੱਸਿਆ ਹੁੰਦੀ ਹੈ ਕਿ ਜਿਸ ਸਮਾਜ ਦੇ ਅੰਦਰ ਫਿਜ਼ੀਕਲ ਅਤੇ ਮਾਨਸਿਕ ਬਿਮਾਰੀਆਂ ਜ਼ਿਆਦਾ ਹੋਣਗੀਆਂ ਅਤੇ ਨਾਲ ਆਫਕੋਰਸ ਉਹਦੇ ਆਰਥਿਕ ਅਤੇ ਸੱਭਿਆਚਾਰਕ ਕਾਰਨ ਵੀ ਹੁੰਦੇ ਆ ਕਿ ਉਹਦੇ ਅੰਦਰ ਫਿਰ ਨਸ਼ੇ ਵੀ ਬਹੁਤ ਜ਼ਿਆਦਾ ਆ ਜਾਂਦੇ ਆ ਅਤੇ ਨਸ਼ੇ ਇਹਨਾਂ ਬਿਮਾਰੀਆਂ ਨੂੰ ਹੋਰ ਜ਼ਿਆਦਾ ਪ੍ਰਚੰਡ ਕਰ ਦਿੰਦੇ ਆ। ਜਿਸ ਸਮਾਜ 'ਚ ਪਹਿਲਾਂ ਹੀ ਬਿਮਾਰੀਆਂ ਬਹੁਤ ਜ਼ਿਆਦਾ ਨੇ, ਜੇ ਤੁਸੀਂ ਉਹ ਸਮਾਜ ਨਸ਼ਿਆਂ 'ਤੇ ਲੱਗ ਜਾਏਗਾ ਤਾਂ ਉਹ ਬਿਮਾਰੀਆਂ ਹੋਰ ਵੀ। ਤਾਂ ਉਹਦੇ 'ਚ ਉਸ ਸਮਾਜ ਦੇ ਅੰਦਰ ਫਿਰ ਜਿਹੜੀ ਪ੍ਰਜਨਨ ਪ੍ਰਣਾਲੀ ਹੈ ਉਹ ਵੀ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਉਹ ਮਾਰ 'ਚ ਆ ਜਾਂਦੀ ਹੈ। ਅਤੇ ਪੰਜਾਬ ਦੇ ਅੰਦਰ ਉਹਦੇ ਜਿਹੜੇ ਕਾਫੀ ਮਾਪਦੰਡ ਜਿਹੜੇ ਨੇ ਇਹ ਸ਼ੋਅ ਕਰਦੇ ਆ ਕਿ ਜਿਹੜੀ ਪੰਜਾਬ ਦੇ ਪੰਜਾਬੀਆਂ ਦੀ ਪ੍ਰਜਨਨ ਪ੍ਰਣਾਲੀ ਹੈ ਬਹੁਤ ਬੁਰੀ ਤਰ੍ਹਾਂ ਉਹ ਕੁਚਲੀ ਜਾ ਰਹੀ ਹੈ, ਦਰੜੀ ਜਾ ਰਹੀ ਹੈ ਔਰ ਉਹਦੇ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਭਿਆਨਕ ਪ੍ਰਭਾਵ ਹੋਣ ਜਾ ਰਹੇ ਹੈ। ਅਸੀਂ ਖੇਤੀ ਵਿਰਾਸਤ ਮਿਸ਼ਨ ਦੇ ਫਰੰਟ ਦੇ ਉੱਪਰ ਬਹੁਤ ਲੰਬੇ ਸਮੇਂ ਤੋਂ ਇਸ ਉੱਪਰ ਕੰਮ ਕਰ ਰਹੇ ਸੀਗੇ।
ਕੋਈ ਲਗਭਗ 12-13 ਸਾਲ ਪਹਿਲਾਂ ਤੋਂ ਮੈਨੂੰ ਯਾਦ ਹੈ ਕਿ ਕੰਮ ਸ਼ੁਰੂ ਕੀਤਾ ਸੀ ਅਸੀਂ, ਅਤੇ ਅਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਇਹ ਜਿਹੜੀ ਪੰਜਾਬ ਦੇ ਅੰਦਰ ਸਿਹਤ ਐਮਰਜੈਂਸੀ ਜਿਹੜੀ ਹੈ ਉਹ ਐਲਾਨ ਕੇ ਅਤੇ ਉਹਦੇ ਪੰਜਾਬੀਆਂ ਦੀ ਸਿਹਤ ਦੇ ਕਾਰਨ ਜਿਹੜੇ ਨੇ ਉਹਨਾਂ ਦਾ ਇੱਕ ਵੱਡਾ ਕਮਿਸ਼ਨ ਬਣਾਉਣਾ ਚਾਹੀਦਾ, ਉਹਦੀ ਵੱਡੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਤਾਂ ਕਿ ਆਪਾਂ ਨੂੰ ਰੀਅਲ ਕਾਰਨ ਪਤਾ ਲੱਗ ਸਕਣ। ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਪ੍ਰਜਨਨ ਪ੍ਰਣਾਲੀ ਜਿਹੜੀ ਹੈ ਇਹ ਸੈਕਸ ਦੇ ਨਾਲ ਸੰਬੰਧਿਤ ਬਿਮਾਰੀ ਹੈਗੀ ਹੈ। ਨਾ ਸਿਰਫ ਜਿਹੜੀ ਹੈ ਔਲਾਦ ਪੈਦਾ ਹੋਣੀ ਅੱਗੇ ਬੰਦ ਹੋ ਰਹੀ ਹੈ, ਡਾਕਟਰ ਸਾਹਿਬ ਨੇ ਜਿਸ ਤਰ੍ਹਾਂ ਵਿਸਥਾਰ ਦੇ ਵਿੱਚ ਦੱਸਿਆ, ਬਲਕਿ ਆਪਸੀ ਸੰਬੰਧ, ਪਤੀ ਪਤਨੀ ਦੇ ਆਪਸੀ ਸੰਬੰਧਾਂ ਦੇ ਵਿੱਚ ਵੀ ਵੱਡੇ ਖੜੋਤ ਆ ਰਹੀ ਹੈ। ਆਪਸੀ ਸੰਬੰਧਾਂ ਦੇ ਵਿੱਚ ਇਸ ਕਰਕੇ ਖੜੋਤ ਆ ਰਹੀ ਹੈ ਕਿਉਂਕਿ ਸੈਕਸ ਦੇ ਪ੍ਰਤੀ ਜਿਹੜੀ ਹੈ ਇੱਕ ਦੂਜੇ ਦੇ ਕੋਲੋਂ ਉਹ ਸੰਤੁਸ਼ਟ ਨਹੀਂ ਹਨ, ਅਤੇ ਬੁਰੇ ਹਾਲਾਤਾਂ ਦੇ ਵਿੱਚ ਜਿਹੜੀ ਆ ਉਹ ਚੀਜ਼ਾਂ ਜਿਹੜੀਆਂ ਖਿਝ ਪੈਦਾ ਕਰਦੀਆਂ ਨੇ, ਉਹ ਚੀਜ਼ਾਂ ਜਿਹੜੀਆਂ ਨੇ ਅੱਗੇ ਗੈਰ ਜਿਹੜੇ ਸੰਬੰਧ ਪੈਦਾ ਕਰਦੀਆਂ ਨੇ, ਨਜਾਇਜ਼ ਸੰਬੰਧ ਪੈਦਾ ਕਰਦੀਆਂ ਨੇ, ਅਤੇ ਇਹੀ ਚੀਜ਼ਾਂ ਜਿਹੜੀਆਂ ਨੇ ਸਮਾਜ ਦੇ ਵਿੱਚ ਜਿਹੜੀਆਂ ਉਹ ਅੱਗੇ ਜੁਰਮ ਨੂੰ ਵਾਧਾ ਕਰਦੀਆਂ ਨੇ। ਡਾਕਟਰ ਸਾਹਿਬ, ਜੇ ਮੈਂ ਸਹੀ ਹਾਂ ਤਾਂ ਤੁਸੀਂ ਇਸ ਨੂੰ ਅੱਗੇ ਵਧਾ ਸਕਦੇ ਹੋ। ਹਾਂ, ਨਹੀਂ ਬਿਲਕੁਲ ਸਹੀ ਕਿਹਾ ਤੁਸੀਂ। ਮੇਰੇ ਬਹੁਤ ਸਾਰੇ ਦੋਸਤ ਵਕੀਲ ਨੇ, ਤਾਂ ਅਸੀਂ ਬੈਠੇ ਇੱਕ ਦਿਨ ਕੋਰਟ ਦੇ ਅੰਦਰ ਬੈਠਾ ਸੀ ਮੈਂ ਆਪਣੇ ਦੋਸਤ ਕੋਲੇ, ਅਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਇਸ ਵੇਲੇ ਡਾਈਵੋਰਸ ਦਾ ਜਿਹੜਾ ਨੰਬਰ 1 ਕਾਜ਼ ਕੀ ਹੈ। ਉਹ ਕਹਿੰਦਾ ਜੀ ਡਾਕਟਰ ਸਾਹਿਬ ਇਹ ਇੰਨਾ ਜ਼ਿਆਦਾ ਖਤਰਨਾਕ ਗੱਲ ਹੋ ਗਈ ਹੈ ਕਿ ਜਿਹੜਾ ਸਾਰਾ ਵਰਤਾਰਾ ਬਦਲ ਗਿਆ ਹੋਇਆ ਹੁਣ ਪਹਿਲਾਂ ਪੁਰਾਣੇ ਜ਼ਮਾਨੇ 'ਚ ਜਿਹੜੇ ਡਿਵੋਰਸ ਦੇ ਕਾਰਨ ਹੁੰਦੇ ਸੀਗੇ ਉਹ ਕੋਈ ਹੁੰਦਾ ਸੀ ਕਿ ਸਹੁਰਿਆਂ ਨੇ ਤੰਗ ਕੀਤਾ, ਕੋਈ ਦਾਜ ਦਾ ਗੱਲ ਆ ਗਈ, ਜਾਂ ਇਹੋ ਜਿਹੇ ਮਸਲੇ ਆਉਂਦੇ ਸੀਗੇ। ਅਤੇ ਹੁਣ ਅੱਜ ਮਸਲਾ ਜਿਹੜਾ ਆ ਰਿਹਾ ਕਿ ਸਭ ਤੋਂ ਜ਼ਿਆਦਾ ਵੱਡਾ ਕਾਰਨ ਆ ਰਿਹਾ ਕਿ ਜਿਹੜਾ ਹਸਬੈਂਡ ਹੈ ਉਹਨੂੰ ਪਤਨੀ ਕਹਿ ਰਹੀ ਹੈ ਕਿ ਇਹ ਫਿੱਟ ਨਹੀਂ ਹੈ ਸਰੀਰਕ ਤੌਰ 'ਤੇ। ਤਾਂ ਇਹ ਜਿਹੜਾ ਚੇਂਜ ਆਈ ਹੈ ਪਿਛਲੇ 15-20 ਸਾਲਾਂ ਦੇ ਅੰਦਰ ਡਾਈਵੋਰਸ ਦੇ ਕੇਸਿਸ ਦੇ ਅੰਦਰ, ਉਹ ਡਾਈਵੋਰਸ ਦੇ ਕੇਸਿਸ ਦੀ ਹਨੇਰੀ ਆ ਗਈ ਹੈ। ਉਹਦੇ ਡਿਵੋਰਸ ਦੇ ਕੇਸਿਸ ਜੋ ਕਿ ਆਫਕੋਰਸ ਸਾਰੇ ਕਾਰਨ ਹੈਗੇ ਨੇ, ਇਹ ਨਹੀਂ ਕਹਿ ਰਹੇ ਵੀ ਇਕੱਲਾ ਇਹੀ ਕਾਰਨ ਹੈ, ਲੇਕਿਨ ਇਹ ਬਹੁਤ ਵੱਡਾ ਕਾਰਨ ਉੱਭਰ ਕੇ ਸਾਹਮਣੇ ਆ ਰਿਹਾ। ਹਾਲਾਂਕਿ ਬਹੁਤ ਸਾਰੇ ਕਪਲ ਜਿਹੜੇ ਨੇ ਇਹ ਓਪਨਲੀ ਦੋਸ਼ ਨਹੀਂ ਲਾਉਂਦੇ, ਇਹ ਅਸਲ 'ਚ ਗੱਲ ਵਿੱਚੋਂ ਇਹ ਹੁੰਦੀ ਹੈ। ਲੇਕਿਨ ਮੈਨੂੰ ਕਿੰਨੇ ਕਪਲ ਜਾਣਦੇ ਨੇ ਜਿਨ੍ਹਾਂ ਦਾ ਜਿਹੜਾ ਇੱਦਾਂ ਦਾ ਡਿਵੋਰਸ ਦਾ ਜਾਂ ਬਹੁਤ ਸਟ੍ਰੇਨਡ ਰਿਲੇਸ਼ਨ ਚੱਲ ਰਹੇ ਨੇ ਕਿ ਲੋਕਾਂ ਉਹ ਲੇਕਿਨ ਉਹਨੂੰ ਪਬਲਿਕਲੀ ਇਹ ਗੱਲ ਨੂੰ ਨਹੀਂ ਕਹਿੰਦੇ। ਉਹ ਓਬਵੀਅਸਲੀ ਕਾਰਨ ਹੋਰ ਆ ਜਾਂਦੇ ਨੇ, ਕਿਉਂਕਿ ਜਿਵੇਂ ਤੁਸੀਂ ਕਿਹਾ ਵੀ ਜਦੋਂ ਬੰਦਾ ਫਰਸਟ੍ਰੇਟ ਹੁੰਦਾ ਹੈ ਅਤੇ ਔਰਤ ਫਰਸਟ੍ਰੇਟ ਹੁੰਦੀ ਹੈ। ਔਰਤ ਫਰਸਟ੍ਰੇਟ ਹੈ ਕਿਉਂਕਿ ਫਿਜ਼ੀਕਲੀ ਰਿਲੇਸ਼ਨਸ਼ਿਪ ਠੀਕ ਨਹੀਂ ਬਣ ਰਿਹਾ, ਤਾਂ ਬੰਦਾ ਫਰਸਟ੍ਰੇਟ ਹੈ ਕਿ ਉਹਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਇਨਫੀਰੀਟੀ ਕੰਪਲੈਕਸ ਆਪਣੇ ਅੰਦਰ ਇੱਕ ਜਿਹਨੂੰ ਕਹਿੰਦੇ ਆ ਹੀਣ ਭਾਵਨਾ ਆ ਜਾਂਦੀ ਹੈ ਕਿ ਮੈਂ ਤਾਂ ਪੂਰਨ ਜਿਹੜਾ ਹੈ ਮਰਦ ਨਹੀਂ ਹਾਂ। ਤਾਂ ਉਹ ਹੀਣ ਭਾਵਨਾ 'ਚੋਂ ਫਿਰ ਉਹ ਬਦਤਮੀਜ਼ੀ ਕਰਦਾ ਹੈ, ਮਿਸਬਿਹੇਵ ਕਰਦਾ ਹੈ, ਜਿਹੜਾ ਹੈ ਉਹ ਇੱਦਾਂ ਦਾ ਜਿਹੜਾ ਉਹਦਾ ਬਿਹੇਵੀਅਰ ਹੋ ਜਾਂਦਾ। ਤਾਂ ਉਹਦੇ ਨਾਲ ਫਿਰ ਜਦੋਂ ਆਪਸ 'ਚ ਕਿੜਕਿੜ ਹੁੰਦੀ ਹੈ, ਰਿਲੇਸ਼ਨਸ਼ਿਪ ਖਰਾਬ ਹੁੰਦੇ ਹੈ, ਉਹਦੇ 'ਚ ਫਿਰ ਕੁਦਰਤੀ ਗੱਲ ਹੈ ਕਿ ਪਤੀ ਵੱਲੋਂ ਵੀ ਔਰ ਪਤਨੀ ਵੱਲੋਂ ਵੀ ਜਿਹੜੇ ਨੇ ਜਿਹੜੇ ਐਕਸਟਰਾ ਮੈਰਿਟਲ ਰਿਲੇਸ਼ਨਸ ਨੇ ਉਹਦੀ ਸੰਭਾਵਨਾ ਜਿਹੜੀ ਹੈ ਜ਼ਿਆਦਾ ਹੋ ਜਾਂਦੀ ਹੈ। ਤਾਂ ਉਹਦੇ ਨਾਲ ਇੱਕ ਬਹੁਤ ਹੀ ਅਜੀਬ ਕਿਸਮ ਦਾ ਜਿਹੜਾ ਸਮਾਜ ਹੈ ਉਹ ਇਹਦੇ ਕਰਕੇ ਪ੍ਰਜਨਨ ਕਿਰਿਆ ਦੀ ਜਿਹੜੀ ਉਹਦੀ ਵਿਕਰਤਾ ਕਰਕੇ ਬਹੁਤ ਵੱਡੇ ਸੰਕਟ 'ਚ ਜਾ ਰਿਹਾ। ਡਾਕਟਰ ਸਾਹਿਬ, ਜਿਹੜਾ ਸੈਕਸ ਨਾਲ ਸੰਬੰਧਿਤ ਜਿਹੜੀ ਪ੍ਰੋਬਲਮ ਹੈਗੀ ਹੈ ਇਹਦਾ ਥੋੜ੍ਹਾ ਜਿਹਾ ਵਿਸਥਾਰ ਦੱਸੋਗੇ ਵੀ ਕੀ ਕਾਰਨ ਹੁੰਦੇ ਨੇ ਵੀ ਜਿਹੜੀ ਬੰਦਾ ਜਾਂ ਔਰਤ ਜਿਹੜੀ ਆ ਉਹਦੀ ਸੈਕਸ ਦੀ ਸਮਰੱਥਾ ਜਿਹੜੀ ਉਹ ਮਰ ਜਾਂਦੀ ਹੈ? ਕਾਰਨਾਂ ਦੇ ਵਿੱਚ ਜੇ ਆਪਾਂ ਜਾਈਏ ਤਾਂ ਮੈਨੂੰ ਲੱਗਦਾ ਕਾਰਨਾਂ ਤੋਂ ਪਹਿਲਾਂ ਆਪਾਂ ਨੂੰ ਥੋੜ੍ਹਾ ਇਹਦੇ ਮਾਪਦੰਡ ਕੀ ਨੇ, ਆਪਾਂ ਕਿਉਂ ਕਹਿ ਰਹੇ ਹਾਂ ਉਹ ਜ਼ਿਆਦਾ ਪਹਿਲਾਂ ਆਪਾਂ ਕੁਛ ਮਿੰਟਾਂ 'ਚ ਉਹ ਕਰ ਲਈਏ ਕਿ ਮਾਪਦੰਡ ਕੀ ਨੇ, ਕਿਹੜੇ ਆਧਾਰ 'ਤੇ ਮੈਂ ਕਹਿ ਰਿਹਾ ਕਿ ਪੰਜਾਬ ਦੀ ਜਿਹੜੀ ਪ੍ਰਜਨਨ ਪ੍ਰਣਾਲੀ ਬਹੁਤ ਜ਼ਿਆਦਾ ਵਿਕਰਤ ਹੋ ਰਹੀ ਹੈ। ਉਹਦੇ ਅੰਦਰ ਸਭ ਤੋਂ ਪਹਿਲਾਂ ਮੇਲ ਦੇ ਵਿੱਚ ਅਲੱਗ ਕਿਸਮ ਦੀਆਂ ਅਲਾਮਤਾਂ ਨੇ, ਫੀਮੇਲ 'ਚ ਅਲੱਗ ਕਿਸਮ ਦੀਆਂ ਅਲਾਮਤਾਂ ਨੇ। ਮੇਲ ਦੀਆਂ ਅਲਾਮਤਾਂ ਮੈਂ ਤੁਹਾਨੂੰ 5-6 ਗਿਣ ਦਿੰਦਾ। ਉਹ ਮੇਲ ਦੀਆਂ ਅਲਾਮਤਾਂ ਕੀ ਨੇ? ਪਹਿਲੀ ਅਲਾਮਤ ਹੈਗੀ ਹੈ ਮੇਲ ਦੀ ਕਿ ਉਹਦੇ ਅੰਦਰ ਸ਼ੁਕਰਾਣੂਆਂ ਦੀ ਗਿਣਤੀ ਘਟ ਰਹੀ ਹੈ। ਸ਼ੁਕਰਾਣੂਆਂ ਦੀ ਗਿਣਤੀ ਜੋ ਅੱਜ ਤੋਂ 50 ਸਾਲ ਪਹਿਲਾਂ ਸੀਗੀ ਉਹਦੇ ਮੁਕਾਬਲੇ 'ਚ 20-30% 'ਤੇ ਆ ਗਈ ਹੋਈ ਆ। ਅੱਛਾ, ਇੰਨਾ ਜ਼ਿਆਦਾ ਫਰਕ ਪੈ ਗਿਆ। ਅਸੀਂ ਡਰਦੇ 50% ਕਹਿਣ ਲੱਗੇ ਸੀਗੇ ਪਹਿਲਾਂ 3-4 ਸਾਲ ਦਾ ਅਸੀਂ ਬੋਲੇ ਹੀ ਨਹੀਂ। ਜਦੋਂ ਸਾਨੂੰ ਪਤਾ ਲੱਗੀ ਗੱਲ ਵੀ ਆਹ ਗੱਲ ਹੋ ਰਹੀ ਹੈ ਅਤੇ ਵੀ ਇਹ ਕਿਉਂਕਿ ਸਾਡੇ ਆਲੇ ਦੁਆਲੇ ਤੋਂ ਇਹ ਗੱਲ ਦਾ ਅਟੈਕ ਹੋਊਗਾ ਅਤੇ ਅਸੀਂ ਕਿਤੇ ਗਲਤ ਨਾ ਹੋਈਏ, ਅਤੇ ਜਦੋਂ ਸਾਨੂੰ ਪੱਕਾ ਹੋ ਗਿਆ ਕਿ ਅਸੀਂ ਬਿਲਕੁਲ ਠੀਕ ਹਾਂ ਤਾਂ ਫਿਰ ਅਸੀਂ ਬੋਲਣ ਲੱਗੇ। ਤਾਂ ਉਹਦੇ 'ਚ ਅਸੀਂ ਉਸ ਤੋਂ ਵੀ ਅੱਗੇ ਜਿਹੜੀ ਪਹਿਲਾਂ 50% ਕਹਿੰਦੇ ਸੀ ਡਰਦੇ ਵੀ ਕਹਾਂਗੇ, ਤਾਂ ਉਹ 50% ਤੋਂ ਥੱਲੇ ਆਉਂਦੀ ਉਹ 20-25% ਹੈ। ਅਤੇ ਵੀ ਬਹੁਤ ਸਾਰੇ ਜਿਹੜੇ ਮੇਲ ਨੇ ਉਹਨਾਂ ਦੀ ਸ਼ੁਕਰਾਣੂ ਦੀ ਗਿਣਤੀ ਓਰੀਜਨਲ ਜਿਹੜੀ 50-60 ਸਾਲ 70 ਸਾਲ ਪਹਿਲਾਂ ਹੁੰਦੀ ਸੀ ਉਹਦੇ ਨਾਲੋਂ 20-25-30% 'ਤੇ ਆ ਗਈ ਹੋਈ ਹੈ। ਗਿਣਤੀ ਘਟ ਗਈ ਹੈ। ਸ਼ੁਕਰਾਣੂਆਂ ਦੀ ਜਿਹੜੀ ਮੁਰਦਾ ਸ਼ੁਕਰਾਣੂਆਂ ਦੀ ਗਿਣਤੀ ਵੱਧ ਗਈ ਹੈ। ਐਬਨੋਰਮਲ ਟੁੱਟੇ ਭੱਜੇ ਸ਼ੁਕਰਾਣੂਆਂ ਦੀ ਗਿਣਤੀ ਵੱਧ ਗਈ ਹੈ। ਸੀਮਨ ਪਰ ਐਜੈਕੂਲੇਸ਼ਨ ਘਟ ਗਿਆ। ਜਿੰਨਾ ਸੀਮਨ ਨਿਕਲਦਾ ਸੀਗਾ ਇੱਕ ਐਜੈਕੂਲੇਸ਼ਨ 'ਚ ਇੱਕ ਵਾਰੀ 'ਚ ਉਹ ਘਟ ਗਿਆ। ਤਾਂ ਇਸ ਤਰ੍ਹਾਂ ਕਾਫੀ ਜ਼ਿਆਦਾ ਜਿਹੜੇ ਸਪਰਮ ਦੇ ਸੀਮਨ ਦੇ ਪੈਰਾਮੀਟਰਸ ਨੇ ਉਹ ਬਹੁਤ ਜ਼ਿਆਦਾ ਖਰਾਬ ਨੇ ਇਸ ਵੇਲੇ ਸਾਡੇ।
ਇਹ ਗੱਲ ਜਿਹੜੀ ਹੈ ਇਹ ਬਹੁਤ ਸਪਸ਼ਟ ਰੂਪ 'ਚ ਮੈਂ ਹੁਣ ਬੜੇ ਅਥੈਂਟਿਕਲੀ ਕਹਿ ਸਕਦਾ। ਹਾਲਾਂਕਿ ਇਹਦੇ 'ਤੇ ਉੱਪਰ ਕੋਈ ਬਹੁਤ ਵੱਡੀਆਂ ਜਿਹੜੀਆਂ ਕਿਸੇ ਸੰਸਥਾਵਾਂ ਨੇ ਬਹੁਤ ਜ਼ਿਆਦਾ ਸਟੱਡੀਜ਼ ਨਹੀਂ ਕੀਤੀਆਂ, ਲੇਕਿਨ ਮੈਂ ਇਹਨੂੰ ਬਹੁਤ ਵੱਡੇ ਪੱਧਰ 'ਤੇ ਵੈਰੀਫਾਈ ਕੀਤਾ ਲੈਬ 'ਚ ਜਾ ਕੇ। ਇਸ ਕਰਕੇ ਮੈਨੂੰ ਹੁਣ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਇਹ ਗੱਲ ਸੱਚ ਹੈ। ਇਹਨੂੰ ਕੋਈ ਬੰਦਾ ਚੈਲੰਜ ਨਹੀਂ ਕਰ ਸਕਦਾ ਤੇ ਕੋਈ ਬੰਦਾ ਜਾ ਕੇ ਲੈਬੋਰਟਰੀ ਦੇ ਅੰਦਰ ਕਿਸੇ ਪ੍ਰਾਈਵੇਟ ਉਹਦੇ 'ਚ ਲੈਬੋਰਟਰੀ ਜਾ ਕੇ ਚੈੱਕ ਕਰ ਲਵੇ ਕਿ ਸਪਰਮ ਕਾਊਂਟ ਦਾ ਇਸ ਵੇਲੇ ਹਾਲਤ ਕੀ ਆ। ਦੂਸਰੀ ਗੱਲ ਆ ਗਈ ਕਿ ਜਿਹੜੇ ਮੇਲ ਨੇ ਉਹਨਾਂ ਦੀ ਜਿਹੜੀ ਸੈਕਸੁਅਲ ਪਾਵਰ ਹੈ, ਜਿਹਨੂੰ ਆਪਾਂ ਕਹਿੰਦੇ ਹਾਂ ਆਮ ਤੌਰ 'ਤੇ ਆਮ ਭਾਸ਼ਾ 'ਚ ਕਹਿੰਦੇ ਵੀ ਮੈਨੂੰ ਜਿਹੜੀ ਹੈ ਕਮਜ਼ੋਰੀ ਆ, ਸੈਕਸ ਦੀ ਕਮਜ਼ੋਰੀ ਆ ਗਈ। ਯਾਨੀ ਕਿ ਜਿਹੜਾ ਮੇਲ ਸਿਸਟਮ ਹੁੰਦਾ ਉਹ ਇੱਕ ਖਾਸ ਕਿਸਮ ਦੀ ਅਕੜਨ ਦਾ 'ਤੇ ਡਿਪੈਂਡੈਂਟ ਹੈ, ਅਤੇ ਜੇ ਉਹ ਅਕੜਨ ਨਹੀਂ ਹੋਏਗੀ ਪ੍ਰੋਪਰਲੀ ਤਾਂ ਉਹ ਸੈਕਸ ਪ੍ਰੋਪਰ ਨਹੀਂ ਹੋਏਗਾ, ਜਿਹਦੇ ਨਾਲ ਕਈ ਦਿੱਕਤਾਂ ਆਉਣਗੀਆਂ। ਤਾਂ ਉਹ ਜਿਹੜੀ ਉਹਦੀ ਸਮੱਸਿਆ ਬਹੁਤ ਜ਼ਿਆਦਾ ਆ ਗਈ ਹੈ। ਅਤੇ 40 ਸਾਲ ਤੋਂ ਉੱਪਰ ਜਿਹੜੀ ਕਿ ਸਮੱਸਿਆ ਕਿਸੇ ਵੇਲੇ 70 ਸਾਲ 'ਤੇ ਆਉਂਦੀ ਹੁੰਦੀ ਸੀਗੀ, ਅੱਜ ਉਹ 40 ਸਾਲ ਤੋਂ ਬਾਅਦ ਅੱਧੋਂ ਵੱਧ ਜਿਹੜੇ ਮੇਲ ਨੇ ਇਹਦੇ ਗਰੋਸਲੀ ਇਹਦੇ ਸ਼ਿਕਾਰ ਨੇ। ਅਤੇ ਈਵਨ ਯੰਗ ਬੱਚੇ 40 ਸਾਲ ਦੇ ਤਾਂ ਬਹੁਤ ਜ਼ਿਆਦਾ ਗਿਣਤੀ ਹੈ, ਕਾਫੀ ਜ਼ਿਆਦਾ ਯੰਗ ਬੱਚੇ ਵੀ ਇਸ ਚੀਜ਼ ਦਾ ਸ਼ਿਕਾਰ ਨੇ। ਤਾਂ ਇਹਦੇ ਨਾਲ ਜਿਹੜੀ ਹੈ ਉਹ ਬਹੁਤ ਸੈਕਸੁਅਲ ਵੀਕਨੈਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਮੇਲ ਦੇ ਅੰਦਰ ਉਹ ਆ ਗਈ ਹੈ। ਫਿਰ ਉਹਦੇ ਅੰਦਰ ਜਿਹੜਾ ਤੁਸੀਂ ਕਹਿ ਰਹੇ ਸੀਗੇ ਕਿ ਉਹਦੀ ਜਿਹੜੀ ਮੇਲ ਦੇ ਅੰਦਰ ਫੀਮੇਲ ਲਾਈਕ ਬਾਡੀ ਸਟਰਕਚਰ ਬਣਨ ਲੱਗ ਗਿਆ ਕਿ ਮੁੰਡੇ ਕੁੜੀਆਂ ਵਰਗੇ ਦਿਖਣ ਲੱਗ ਗਏ ਆ, ਜਿਹਨੂੰ ਚਿਕਣੇ ਚੋਪੜੇ ਜਿੱਦਾਂ ਮੇਲ ਬਾਡੀ ਜਿਹੜੀ ਹੁੰਦੀ ਹੈ ਬੜੀ ਸਟਰਡੀ ਟਾਈਪ ਔਰ ਹੇਅਰੀ ਔਰ ਜਿੱਦਾਂ ਹੁੰਦੀ ਹੈ, ਲੇਕਿਨ ਉਹ ਕੁੜੀਆਂ ਵਰਗੇ ਦਿਖਣ ਲੱਗ ਗਏ। ਉਹਦੀ ਫੈਟ ਡਿਸਟ੍ਰੀਬਿਊਸ਼ਨ ਕੁੜੀਆਂ ਵਰਗੀ ਹੋਣ ਲੱਗੀ ਹੈ। ਉਹਨਾਂ ਦਾ ਬਿਹੇਵੀਅਰ ਜਿਹੜਾ ਉਹਦੀ ਜਿਹੜੀ ਅਟਰੈਕਸ਼ਨ ਹੈ ਫੀਮੇਲ ਪ੍ਰਤੀ ਉਹ ਬਹੁਤ ਘੱਟ ਗਈ ਹੈ। ਤਾਂ ਇਹ ਸਾਰਾ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਵਰਤਾਰਾ ਜਿਹੜਾ ਉਹ ਓਬਵੀਅਸਲੀ ਦਿਸ ਰਿਹਾ ਹੈ ਮੇਲਸ ਦੇ ਅੰਦਰ, ਔਰ ਉਹਦਾ ਜਿਹੜਾ ਨੈਟ ਰਿਜ਼ਲਟ ਨਿਕਲਦਾ ਕਿ ਜਿਹੜਾ ਹੈ ਬੱਚਾ ਪੈਦਾ ਨਹੀਂ ਹੁੰਦਾ, ਕਿ ਸਪਰਮ ਇਸ ਕਾਬਲ ਨਹੀਂ ਹੈ ਕਿ ਬੱਚਾ ਪੈਦਾ ਕਰ ਸਕਣ, ਜਾਂ ਜੇ ਬੱਚਾ ਪੈਦਾ ਹੁੰਦਾ ਤਾਂ ਫਿਰ ਅਬਨੋਰਮਲ ਹੁੰਦਾ। ਅਤੇ ਫੀਮੇਲ 'ਚ ਇੱਦਾਂ ਹੀ ਫੀਮੇਲ ਦੇ ਅੰਦਰ ਜਿਹੜੀ ਸਭ ਤੋਂ ਵੱਡੀ ਅਲਾਮਤ ਆ ਰਹੀ ਹੈ ਕਿ ਜਿਹੜੀ ਮਾਹਵਾਰੀ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ। ਜਿਹੜੀ ਮਾਹਵਾਰੀ ਕਿਸੇ ਵੇਲੇ 15, 16, 17 ਸਾਲ 'ਤੇ ਸ਼ੁਰੂ ਹੁੰਦੀ ਸੀਗੀ, ਅੱਜ ਉਹ 7, 8, 9 ਸਾਲ 'ਤੇ ਸ਼ੁਰੂ ਹੋ ਰਹੀ ਹੈ। ਮਤਲਬ ਘੱਟੋ ਘੱਟ ਵੀ 3, 4 ਸਾਲ 5 ਸਾਲ ਜਿਹੜੀ ਮਾਹਵਾਰੀ ਹੈ ਉਹ ਐਡਵਾਂਸ ਕਰ ਗਈ ਹੈ ਲੜਕੀਆਂ ਦੇ ਅੰਦਰ। ਔਰ ਬੜਾ ਹੀ ਖਤਰਨਾਕ ਵਰਤਾਰਾ ਹੈ, ਕਿਉਂਕਿ ਜਦੋਂ ਲੜਕੀ ਦੀ ਮਾਹਵਾਰੀ ਅਗਰ ਸ਼ੁਰੂ ਹੋ ਜਾਂਦੀ ਹੈ ਤਾਂ ਉਹਦੇ ਹਾਰਮੋਨਲ ਚੇਂਜਸ ਹੋ ਜਾਂਦੀਆਂ, ਤਾਂ ਉਹਦੀ ਸਾਰੀ ਬਾਡੀ ਸਟਰਕਚਰ ਜਿਹੜੀ ਹੈ ਬਹੁਤ ਬੌਣਾ ਰਹਿ ਜਾਂਦਾ। ਨਾ ਉਹਦਾ ਕੱਦ ਪ੍ਰੋਪਰਲੀ ਵੱਧਦਾ, ਨਾ ਉਹਦੀ ਬਾਡੀ ਪ੍ਰੋਪਰਲੀ ਫਲਰਿਸ਼ ਕਰਦੀ ਹੈ, ਨਾ ਉਹ ਮੈਂਟਲੀ ਮਾਨਸਿਕ ਤੌਰ 'ਤੇ ਵੀ ਉਹ ਤਿਆਰ ਹੀ ਨਹੀਂ ਹੁੰਦੀ। ਤਾਂ ਸਾਰੇ ਜਿਹੜੀਆਂ ਬਹੁਤ ਸਾਰੀਆਂ ਕੰਪਲੀਕੇਸ਼ਨ ਪੇਰੈਂਟਸ ਨੂੰ ਵੀ ਆਉਂਦੀਆਂ ਨੇ ਔਰ ਬੱਚੀ ਨੂੰ ਵੀ ਆਉਂਦੀਆਂ ਨੇ। ਤਾਂ ਉਹਦੇ ਅੰਦਰ ਫਿਰ ਐਬਨੋਰਮਲ ਬਹੁਤ ਜ਼ਿਆਦਾ ਮੈਸੇਜ ਨੇ, ਕਿਸੇ ਨੂੰ ਮੈਸੇਜ ਘੱਟ ਆ ਰਹੇ, ਕਿਸੇ ਨੂੰ ਵੱਧ ਆ ਰਹੇ, ਕਿਸੇ ਨੂੰ ਜ਼ਿਆਦਾ ਬਲੀਡਿੰਗ ਹੋ ਰਹੀ ਹੈ, ਕਿਸੇ ਨੂੰ ਪੇਨਫੁਲ ਹੋ ਰਹੀ ਹੈ। ਔਰ ਓਵਰੀਜ਼ ਦੇ ਅੰਦਰ ਜਿਹੜੀਆਂ ਪਾਣੀ ਦੀਆਂ ਗੱਠਾਂ ਬਹੁਤ ਜ਼ਿਆਦਾ ਆ ਰਹੀਆਂ, PCOD ਕਹਿੰਦੇ ਅਸੀਂ ਇਹਨੂੰ। ਔਰ ਹਾਰਮੋਨਸ ਡਿਸਟਰਬ ਹੋ ਰਹੇ ਬਹੁਤ ਜ਼ਿਆਦਾ। ਉਹਦੇ ਅੰਦਰ ਲੜਕੀਆਂ ਦੇ ਅੰਦਰ ਹੇਰੀਨੈਸ ਬਹੁਤ ਜ਼ਿਆਦਾ ਕਿ ਮੂੰਹ 'ਤੇ ਵਾਲ ਆ ਰਹੇ ਹੈ, ਬਾਡੀ 'ਤੇ ਵਾਲ ਜ਼ਿਆਦਾ ਐਕਸੈਸਿਵ ਨੇ, ਉਹ ਬਹੁਤ ਪ੍ਰੋਬਲਮ ਆ ਰਹੀ ਹੈ। ਔਰ ਜਿਹੜੀਆਂ ਜੇ ਤੁਸੀਂ ਅਲਟਰਾਸਾਊਂਡ ਕਰਾਉਂਦੇ ਹੋ ਤਾਂ ਓਵਰੀਜ਼ ਜਿਹੜੀਆਂ ਨੇ ਉਹ ਨਿੱਕੇ ਤੋਂ ਲੈ ਕੇ ਵੱਡੀਆਂ ਪਾਣੀ ਦੀਆਂ ਗੱਠਾਂ ਨਾਲ ਭਰੀਆਂ ਪਈਆਂ ਹੁੰਦੀਆਂ ਨੇ। ਤਾਂ ਇਹ ਸਾਰਾ ਦਾ ਸਾਰਾ ਵਰਤਾਰਾ ਉਹਦਾ ਨੈਟ ਰਿਜ਼ਲਟ ਕੀ ਆਉਂਦਾ ਕਿ ਜਿਹੜਾ ਬੱਚਾ ਨਹੀਂ ਹੁੰਦਾ, ਜਾਂ ਜੇ ਪਤਾ ਲੱਗਦਾ ਵੀ ਬੱਚਾ ਕਿਉਂ ਨਹੀਂ ਹੋ ਰਿਹਾ ਤਾਂ ਪਤਾ ਲੱਗਦਾ ਵੀ ਮੈਂਸਸ ਤਾਂ ਆ ਰਹੇ ਆ, ਉਹਦੇ 'ਚ ਉਹ ਅੰਡਾ ਬਣ ਹੀ ਨਹੀਂ ਰਿਹਾ। ਐਨਓਵੂਲੇਟਰੀ ਸਾਈਕਲਸ ਕਹਿੰਦੇ ਅਸੀਂ ਉਹਨੂੰ ਵੀ ਅੰਡਾ ਬਣਦਾ ਹੀ ਨਹੀਂ ਹੈ ਉਹਦੇ ਅੰਦਰ। ਬਾਕੀ ਜਿਹੜੇ ਫੀਮੇਲ ਔਰਗਨਸ ਨੇ ਉਹ ਬੜੇ ਅੱਧੇ ਅਧੂਰੇ ਜਿਹੇ ਬਣ ਰਹੇ ਆ। ਬ੍ਰੈਸਟ ਡਿਵੈਲਪਮੈਂਟ ਪ੍ਰੋਪਰ ਨਹੀਂ ਹੈ, ਯੂਟਰਸ ਦੀ ਜਿਹੜੀ ਡਿਵੈਲਪਮੈਂਟ ਸਾਈਜ਼ ਹੈ ਉਹਦਾ ਵਜਾਈਨਾ ਦਾ ਸਾਈਜ਼ ਹੈ ਪ੍ਰੋਪਰ ਨਹੀਂ ਹੈ। ਤਾਂ ਉਹ ਉਹਦੇ ਅੰਦਰ ਇਹ ਜਿਹਨੂੰ ਕਹਿੰਦੇ ਆ ਹਾਈਪੋਪਲਾਸਟਿਕ ਟਾਈਪ, ਯਾਨੀ ਕਿ ਉਹਦੀ ਪ੍ਰੋਪਰ ਗਰੋਥ ਹੀ ਨਹੀਂ ਹੈ ਰਿਪਰੋਡਕਟਿਵ ਔਰਗਨਸ ਦੀ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਲੜਕੀਆਂ ਦੇ ਅੰਦਰ ਬਹੁਤ ਵੱਡੇ ਪੱਧਰ 'ਤੇ ਦਿਖ ਰਿਹਾ। ਉਹਦਾ ਨੈਟ ਰਿਜ਼ਲਟ ਇਹ ਹੋ ਰਿਹਾ ਕਿ ਬੱਚੇ ਹੋ ਨਹੀਂ ਰਹੇ। ਪਹਿਲਾਂ ਤਾਂ ਪ੍ਰੈਗਨੈਂਸੀ ਹੁੰਦੀ ਨਹੀਂ ਹੈ, ਜੇ ਹੋ ਜਾਂਦੀ ਹੈ ਤਾਂ ਅਬਾਰਸ਼ਨ ਹੋ ਜਾਂਦੀ ਹੈ ਆਪਣੇ ਆਪ। ਸਪੌਂਟੇਨੀਅਸ ਅਬਾਰਸ਼ਨ ਕਹਿੰਦੇ, ਅਬਾਰਸ਼ਨ ਕਰਾਉਣਾ ਹੋਰ ਗੱਲ ਹੈ, ਅਬਾਰਸ਼ਨ ਆਪਣੇ ਆਪ ਹੋ ਜਾਂਦੀ ਹੈ। ਬਹੁਤ ਜ਼ਿਆਦਾ ਅਬਾਰਸ਼ਨਸ ਹੋ ਰਹੀਆਂ ਨੇ, ਔਰ ਅਬਾਰਸ਼ਨ ਜਿਹੜੀਆਂ ਹੋ ਰਹੀਆਂ ਨੇ ਉਹਦੇ ਅੰਦਰ ਬਹੁਤ ਸਟਰੇਂਜ ਵਰਤਾਰਾ ਹੋ ਰਿਹਾ। ਜਿਹੜੀਆਂ ਅਬਾਰਸ਼ਨਸ ਹੋ ਰਹੀਆਂ ਨੇ ਫੀਮੇਲ ਫੀਟਸ ਦੀਆਂ ਜ਼ਿਆਦਾ ਹੋ ਰਹੀਆਂ ਨੇ। ਜਿਹੜਾ ਅਸੀਂ ਦੋਸ਼ ਦੇ ਰਹੇ ਹਾਂ ਕਿ ਸੈਕਸ ਦੀ ਰੇਸ਼ੋ ਡਿਸਟਰਬ ਹੋ ਰਹੀ ਹੈ ਡਾਕਟਰਾਂ ਕਰਕੇ ਜਾਂ ਅਲਟਰਾਸਾਊਂਡਾਂ ਕਰਕੇ ਜਾਂ ਮਾਂ ਬਾਪ ਮੁੰਡਾ ਚਾਹੁੰਦੇ ਉਹਦੇ ਕਰਕੇ, ਉਹ ਵੀ ਫੈਕਟਰ ਹੈਗਾ। ਲੇਕਿਨ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਜਿਹੜੀ ਅਬਾਰਸ਼ਨ ਹੋ ਰਹੀ ਹੈ ਉਹ ਹੋ ਰਹੀ ਹੈ ਫੀਮੇਲ ਭਰੂਣ ਦੀ ਮਾਦਾ ਭਰੂਣ। ਇਹਦਾ ਡਾਕਟਰ ਸਾਹਿਬ ਇਹ ਕੀ ਕਾਰਨ ਹੋਇਆ ਜੀ? ਇਹਦਾ ਮਤਲਬ ਇਹ ਹੋ ਸਕਦਾ ਜਿਹੜਾ ਮਾਦਾ ਭਰੂਣ ਹੈ ਉਹ ਜ਼ਿਆਦਾ ਸੈਂਸੀਟਿਵ ਹੈ ਜਿਹੜੇ ਇਨਵਾਇਰਮੈਂਟਲ ਟੌਕਸਿਨਸ ਨੇ ਜਾਂ ਜਿਹੜਾ ਸਾਡਾ ਖਾਣ ਪੀਣ ਹੈ। ਅਤੇ ਜਿਹੜਾ ਮੇਲ ਭਰੂਣ ਹੈ ਉਹ ਉਹਨਾਂ ਸੈਂਸੀਟਿਵ ਨਹੀਂ ਹੈ। ਪਰ ਉਹਦੇ 'ਚ ਦੂਜਾ ਪੱਖ ਆ ਰਿਹਾ ਕਿ ਜਿਹੜੇ ਅਬਨੋਰਮਲ ਬੱਚੇ ਹੋ ਰਹੇ ਹੈ, ਮੈਂਟਲੀ ਮੰਦਬੁੱਧੀ ਬੱਚੇ ਹੋ ਰਹੇ, ਉਹ 'ਚ ਮੇਲ ਜ਼ਿਆਦਾ ਨੇ। ਸੋ ਮੰਦਬੁੱਧੀ ਬੱਚੇ ਜਿਹੜੇ ਮੇਲ ਵੱਧ ਰਹੇ ਬਹੁਤ ਜ਼ਿਆਦਾ, ਅਤੇ ਉੱਧਰੋਂ ਫੀਮੇਲ ਦੀ ਅਬਾਰਸ਼ਨ ਬਹੁਤ ਜ਼ਿਆਦਾ ਹੋ ਰਹੀ ਹੈ। ਸੋ ਇਹ ਡਾਕਟਰ ਕਾਬਰਾ ਦੀ ਰਾਜਸਥਾਨ ਦੀ ਸਟੱਡੀ ਬਹੁਤ ਬੜੀ ਸਟੱਡੀ ਸੀ ਉਹਦੀ, ਜਿਹਦੇ 'ਚ ਉਹਨੇ ਬੜੇ ਕਲੀਅਰਲੀ ਪੁਆਇੰਟ ਆਊਟ ਕੀਤਾ ਸੀਗਾ ਕਿ ਉਹਦੇ ਤੋਂ ਹੀ ਸਾਨੂੰ ਸ਼ੁਰੂ ਅੱਗੇ ਇਹ ਗੱਲ ਜਿਹੜੀ ਆਈਡੀਆ ਆਇਆ ਸੀ ਕਿ ਸ਼ੁਰੂ ਕਰੀਏ ਅਸੀਂ। ਤਾਂ ਉਹਦੇ ਅੰਦਰ ਜਿਹੜੀ ਆ ਫੀਮੇਲ ਜਿਹੜੇ ਨੇ ਫੀਮੇਲ ਅਬਾਰਸ਼ਨਸ ਹੋਣ ਕਰਕੇ ਉਹ ਫਿਰ ਰੇਸ਼ੋ ਡਿਸਟਰਬ ਹੋ ਜਾਂਦੀ ਹੈ। ਔਰ ਜਿਹੜੇ ਮੰਦਬੁੱਧੀ ਬੱਚੇ ਉਹ ਮੇਲ ਨੇ ਜ਼ਿਆਦਾ, ਉਹ ਜ਼ਿਆਦਾ 80% ਮੇਲ ਨੇ। ਜਿਹੜੀਆਂ ਅਬਾਰਸ਼ਨਸ ਹੋ ਰਹੀਆਂ 80% ਫੀਮੇਲ ਨੇ।
ਤਾਂ ਉਹਦੇ ਅੰਦਰ ਜਿਹੜੀਆਂ ਇਹ ਵਰਤਾਰਾ ਸਾਰਾ ਦਾ ਸਾਰਾ ਐਡਾ ਜ਼ਿਆਦਾ ਡਿਸਟਰਬਿੰਗ ਹੈ ਕਿ ਇਹਦਾ ਜਿਹੜਾ ਨੈਟ ਰਿਜ਼ਲਟ ਹੋ ਰਿਹਾ ਕਿ ਬੱਚੇ ਜਾਂ ਤਾਂ ਹੋਣੇ ਘਟ ਰਹੇ ਆ ਬਹੁਤ ਜ਼ਿਆਦਾ, ਪ੍ਰੈਗਨੈਂਸੀਜ਼ ਨਹੀਂ ਹੁੰਦੀਆਂ, ਜੇ ਹੋ ਰਹੇ ਆ ਤਾਂ ਅਬਾਰਸ਼ਨਸ ਹੋ ਰਹੀਆਂ ਨੇ। ਅਬਾਰਸ਼ਨ ਨੂੰ ਤੁਸੀਂ ਰੋਕ ਲੈਂਦੇ ਹੋ ਧੱਕੇ ਨਾਲ, ਸਟੀਰੋਇਡ ਦੇ ਕੇ ਅਤੇ ਹਾਰਮੋਨ ਦੇ ਕੇ, ਤਾਂ ਫਿਰ ਉਹ ਪ੍ਰੀਮੈਚੁਰ ਹੋ ਜਾਂਦਾ, ਛਮਾਹੀ ਸਤਮਾਹੀ ਬੱਚੇ ਹੋ ਜਾਂਦੇ ਆ। ਛਮਾਹੀ ਸਤਮਾਹੀ ਅੱਠਵਾਂ ਬੱਚੇ ਹੋਣਗੇ ਤਾਂ ਕਮਜ਼ੋਰ ਹੁੰਦੇ ਆ, ਸਾਹ ਨਹੀਂ ਲੈ ਪਾਉਂਦੇ, ਉਹਨਾਂ ਦਾ ਸਿਸਟਮ ਡਿਵੈਲਪ ਨਹੀਂ ਹੈ ਪ੍ਰੋਪਰਲੀ, ਉਹ ਮੈਂਟਲੀ ਡਰੇਂਜ ਅਤੇ ਫਿਜ਼ੀਕਲੀ ਡਰੇਂਜ ਹੋ ਜਾਂਦੇ ਆ। ਕਿ ਉਹ ਤਾਂ ਅਲਟੀਮੇਟਲੀ ਜਿਹੜੇ ਅਪੰਗ ਬੱਚੇ ਔਰ ਮੰਦਬੁੱਧੀ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਰਹੀ ਹੈ, ਬਹੁਤ ਜ਼ਿਆਦਾ ਵੱਧ ਰਹੀ ਹੈ। ਔਰ ਉਹ ਮੈਨੂੰ ਯਾਦ ਅੱਜ ਵੀ ਜਿਹੜੇ ਡਾਕਟਰ ਇੰਦਰਜੀਤ ਕੌਰ ਨੇ, ਜਿਹੜੇ ਭਗਤ ਪੂਰਨ ਸਿੰਘ ਪਿੰਗਲਵਾੜੇ ਦੇ ਜਿਹੜੇ ਸਾਰੇ ਜਿਹੜੇ ਪ੍ਰਧਾਨ ਨੇ, ਉਹਨਾਂ ਨਾਲ ਮੈਂ ਇੱਕ ਦਿਨ ਗੱਲ ਕਰ ਰਿਹਾ ਸੀ। ਉਹ ਕਹਿੰਦੀ ਉਹ ਵੀ ਕਹਿੰਦੇ ਡਾਕਟਰ ਸਾਹਿਬ ਕਿੰਨੇ ਕੁ ਪਿੰਗਲਵਾੜੇ ਖੋਲ੍ਹੋਗੇ ਤੁਸੀਂ, ਇੱਥੇ ਤਾਂ ਸਾਰਾ ਪੰਜਾਬ ਪਿੰਗਲਵਾੜਾ ਬਣ ਜਾਣਾ ਇਸ ਹਿਸਾਬ ਨਾਲ। ਤਾਂ ਉਹ ਪੂਰੇ ਦਾ ਪੂਰਾ ਵਰਤਾਰਾ ਕਿਤੇ ਨਾ ਕਿਤੇ ਉਹ ਵੀ ਜ਼ਿਆਦਾ ਹੋ ਰਿਹਾ, ਉਹ ਵੀ ਬਹੁਤ ਡਿਸਟਰਬਿੰਗ ਹੈ ਕਿ ਮੰਦਬੁੱਧੀ ਬੱਚੇ ਹੋ ਰਹੇ ਆ। ਉਹ ਜਿਹੜੇ ਬੱਚੇ ਹੋ ਰਹੇ ਆ ਪੂਰੇ 9 ਮਹੀਨੇ ਤੱਕ ਖਿੱਚ ਕੇ ਲੈ ਵੀ ਜਾਂਦੇ ਹੋ, ਜਦੋਂ ਬੱਚਾ ਮੁਰਦਾ ਪੈਦਾ ਹੋ ਜਾਂਦਾ ਜਾਂ ਉਹ ਇੰਨਾ ਕਮਜ਼ੋਰ ਹੁੰਦਾ ਕਿ ਰੋਂਦਾ ਨਹੀਂ ਹੈ, ਉਹ ਫਿਰ ਮੈਂਟਲੀ ਉਹਦੇ ਅੰਦਰ ਡਿਸਟਰਬ ਜਿਹੜਾ ਡੈਮੇਜ ਹੋ ਜਾਂਦਾ ਉਹਦਾ ਕੋਈ ਨਾ ਕੋਈ ਬ੍ਰੇਨ ਜਾਂ ਨਰਵਸ ਸਿਸਟਮ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਇਹ ਅਲਾਮਤਾਂ ਬੜੀਆਂ ਸਪਸ਼ਟ ਪੰਜਾਬ ਦੇ ਅੰਦਰ ਦਿਖ ਰਹੀਆਂ ਨੇ। ਸੋ ਡਾਕਟਰ ਸਾਹਿਬ, ਇਹ ਤੁਸੀਂ ਦੱਸਿਆ ਵੀ ਕਿਸ ਤਰੀਕੇ ਨਾਲ ਇਹ ਜਿਹੜੇ ਔਰਗਨ ਕੰਮ ਕਰਦੇ ਨੇ ਅਤੇ ਇਹਦਾ ਕੀ ਪ੍ਰਭਾਵ ਪੈ ਰਿਹਾ। ਹੁਣ ਆਈਏ ਗੱਲ ਪਤੀ ਪਤਨੀ ਦੇ ਰਿਸ਼ਤਿਆਂ ਦੇ ਉੱਤੇ। ਇਹ ਇੱਕ ਅਜਿਹੀ ਚੀਜ਼ ਹੈ ਜਿਸ ਦੇ ਉੱਤੇ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਟਿਕਿਆ ਹੋਇਆ, ਵਿਆਹ ਟਿਕਿਆ ਹੋਇਆ, ਵਿਆਹੁਤਾ ਸੰਬੰਧ ਟਿਕੇ ਹੋਏ ਨੇ। ਗੱਲ ਇੱਥੇ ਆਉਂਦੀ ਹੈ ਕਿ ਜੇਕਰ ਅੰਦਰ ਇੰਨੀ ਕਮਜ਼ੋਰੀ ਆ ਗਈ ਤਾਂ ਫਿਰ ਉਹ ਪਤੀ ਪਤਨੀ ਇੱਕ ਦੂਜੇ ਦੇ ਰਿਸ਼ਤੇ ਨੂੰ ਬਣਾਏ ਰੱਖਣ ਲਈ ਸੰਤੁਸ਼ਟੀ ਕਿਸ ਤਰ੍ਹਾਂ ਹਾਸਲ ਕਰ ਰਹੇ ਨੇ। ਉਹਦੇ ਅੰਦਰ ਕੁਛ ਚੀਜ਼ਾਂ ਨੇ ਜਿਹੜੀਆਂ ਜਿਸ ਤਰ੍ਹਾਂ ਆਪਾਂ ਜੇ ਕਾਰਨਾਂ 'ਚ ਜਾਈਏ ਤਾਂ ਕਾਰਨਾਂ ਦੇ ਉੱਪਰ ਜਦੋਂ ਆਵਾਂਗੇ ਆਪਾਂ ਤਾਂ ਫਿਰ ਆਪਾਂ ਨੂੰ ਇਹ ਗੱਲ ਸਮਝ ਆਏਗੀ ਕਿ ਕਰਨਾ ਕੀ ਹੈ ਜਾਂ ਕੀ ਕਰਨ ਪੇਰੈਂਟਸ। ਮੈਂ ਕਿਹਾ ਕਾਰਨਾਂ ਦੀ ਗੱਲ ਆਪਾਂ ਹੁਣ ਕਰ ਲਈਏ ਕਿ ਕਾਰਨ ਜਿਹੜੇ ਨੇ, ਕਾਰਨ ਇਹਦੇ ਅੰਦਰ ਬਹੁਤ ਸਪਸ਼ਟ ਰੂਪ 'ਚ ਇੱਕ ਤਾਂ ਹਵਾ ਪਾਣੀ ਮਿੱਟੀ ਪ੍ਰਦੂਸ਼ਿਤ ਹੋ ਗਿਆ, ਉਹ ਤਾਂ ਹੈ ਹੀ ਹੈ। ਹਵਾ ਵੀ ਸਾਡੀ ਪ੍ਰਦੂਸ਼ਿਤ ਹੈ, ਪਾਣੀ ਵੀ ਪ੍ਰਦੂਸ਼ਿਤ ਹੈ ਔਰ ਮਿੱਟੀ ਵੀ ਪ੍ਰਦੂਸ਼ਿਤ ਹੈ। ਤਾਂ ਨੈਟ ਰਿਜ਼ਲਟ ਹੈ ਕਿ ਸਾਡੀ ਫੂਡ ਵੀ ਪ੍ਰਦੂਸ਼ਿਤ ਪੈਦਾ ਹੋ ਰਿਹਾ ਉੱਥੋਂ, ਕਿਉਂਕਿ ਜੇ ਹਵਾ ਪਾਣੀ ਮਿੱਟੀ ਪ੍ਰਦੂਸ਼ਿਤ ਹੋਏਗਾ ਤਾਂ ਜਿਹੜਾ ਖੇਤਾਂ 'ਚ ਫੂਡ ਪੈਦਾ ਹੋਏਗਾ, ਜਿੱਦਾਂ ਦੇ ਅਸੀਂ ਐਗਰੋ ਕੈਮੀਕਲਸ ਯੂਜ਼ ਕਰ ਰਹੇ ਹਾਂ, ਉਹ ਸਾਰੇ ਦੇ ਸਾਰੇ ਪ੍ਰਕੋਪ ਜਿਹੜਾ ਹੈ ਉਹ ਪੂਰੇ ਦਾ ਪੂਰਾ ਚੱਲ ਰਿਹਾ। ਤਾਂ ਉਹ ਹੈ ਹੀ ਹੈ। ਫਿਰ ਸਾਡਾ ਖਾਣ ਪੀਣ ਜਿਹੜਾ ਬਹੁਤ ਮਾੜਾ ਹੈ। ਸਾਡੇ ਅਸੀਂ ਜਿੱਦਾਂ ਦੇ ਪ੍ਰੋਸੈਸਡ ਫੂਡਸ ਖਾ ਰਹੇ ਹਾਂ, ਅਸੀਂ ਸਾਡੇ ਆਲੇ ਦੁਆਲੇ ਹਨੇਰੀ ਲਿਆਤੀ ਹੈ ਇੰਡਸਟਰੀ ਨੇ ਪ੍ਰੋਸੈਸਡ ਫੂਡਸ ਦੀ, ਉਹ ਨੈਚੁਰਲ ਫੂਡ ਸਾਨੂੰ ਖਾਣ ਹੀ ਨਹੀਂ ਦਿੰਦੇ। ਉਹ ਫੂਡ ਲੈ ਕੇ ਲੈ ਜਾਂਦੇ ਅਤੇ ਬੜੇ ਜਿਹੜੇ ਅਟਰੈਕਟਿਵ ਪੈਕੇਜਸ ਦੇ ਅੰਦਰ, ਔਰ ਬੱਚੇ ਜਿਹਨੂੰ ਭੱਜ ਕੇ ਲੈਂਦੇ ਆ। ਤੁਸੀਂ ਜੇ ਸਟੋਰ ਦੇਖੋ ਸਾਰੇ ਪ੍ਰੋਸੈਸਡ ਫੂਡਸ ਨਾਲ ਭਰੇ ਪਏ ਆ, ਜਿਹੜੇ ਫੂਡ ਦੇ ਨਾਂ 'ਤੇ ਇੱਕ ਬਹੁਤ ਬੜਾ ਧੋਖਾ ਨੇ। ਉਹ ਫੂਡ ਹੈ ਹੀ ਨਹੀਂ। ਫੂਡ ਜਿਹੜਾ ਉਹ ਮਤਲਬ ਉਹਨੂੰ ਕਹਿਣਾ ਹੀ ਜਿਹੜਾ ਉਹ ਗਲਤ ਹੈ, ਕਿਉਂਕਿ ਉਹ ਨੁਕਸਾਨ ਕਰ ਰਹੇ ਆ। ਫੂਡ ਉਹ ਹੁੰਦਾ ਜਿਹੜਾ ਸਿਹਤ ਬਣਾਵੇ। ਤਾਂ ਇਹ ਸਾਰਾ ਵਰਤਾਰਾ ਕਿਤੇ ਨਾ ਕਿਤੇ ਕਾਰਨਾਂ ਦਾ ਜਿਹੜਾ, ਅਤੇ ਉਹਦੇ ਅੰਦਰ ਬਾਕੀ ਸਾਡਾ ਲਾਈਫ ਸਟਾਈਲ ਜਿਹੜਾ ਉਹ ਵੀ ਬਹੁਤ ਸਟਰੈਸਫੁਲ ਹੋ ਗਿਆ। ਉਹ ਵੀ ਇੱਕ ਆਪਣਾ ਰੋਲ ਪਲੇ ਕਰ ਰਿਹਾ ਕਿ ਅਸੀਂ ਮਾਰੀ ਇੰਨੀ ਜ਼ਿਆਦਾ ਕਰਨ ਲੱਗ ਗਏ ਹਾਂ ਪੈਸੇ ਪਿੱਛੇ ਔਰ ਕੁਰਸੀ ਪਿੱਛੇ ਔਰ ਆਪਣੀ ਈਗੋ ਪਿੱਛੇ, ਕਿ ਅਸੀਂ ਇੰਨਾ ਜ਼ਿਆਦਾ ਮਾਰੀ ਕਰਦੇ ਹਾਂ ਕਿ ਆਪਣੀ ਸਿਹਤ ਸੂਤ ਸਾਰੀ ਰੁਲ ਜਾਂਦੀ ਹੈ ਤੁਹਾਡੀ। ਤੁਸੀਂ ਆਪਣਾ ਹੀ ਮਾਰੀ 'ਚ ਆਪਣੇ ਬੱਚਿਆਂ ਪ੍ਰਤੀ ਇੰਨੇ ਜ਼ਿਆਦਾ ਓਵਰ ਐਂਬੀਸ਼ੀਅਸ ਹੋ ਕਿ ਤੁਸੀਂ ਕਹਿੰਦੇ ਬੱਚਿਆਂ ਨੂੰ ਇੰਨਾ ਮੈਂ ਵਧੀਆ ਪੜ੍ਹਾ ਦੇਣਾ, ਇੰਨਾ ਵਧੀਆ ਪੜ੍ਹਾ ਦੇਣਾ। ਉਹ ਸਾਰਾ ਕੁਝ ਮਹਿੰਗਾ ਹੋ ਗਿਆ ਬਹੁਤ ਜ਼ਿਆਦਾ, ਅਤੇ ਮਾਂ ਬਾਪ ਦਿਨ ਰਾਤ ਜਿਹੜੇ ਨੇ ਉਹਦੇ ਪਿੱਛੇ ਪੈ ਰਹਿੰਦੇ ਆ, ਸਿਹਤ ਆਪਣੀ ਵਿਗਾੜ ਲੈਂਦੇ ਆ। ਅਤੇ ਉਹ ਸਾਰੇ ਦਾ ਸਾਰਾ ਵਰਤਾਰਾ ਕਿਤੇ ਨਾ ਕਿਤੇ ਇਹ ਸਾਰਾ ਰਲ ਮਿਲ ਕੇ ਐਸਾ ਵੱਡਾ ਪੈਕੇਜ ਬਣ ਗਿਆ ਕਿ ਤੁਹਾਡੀ ਜਿਹੜੀ ਹੈ ਉਹ ਫਿਜ਼ੀਕਲ, ਮੈਂਟਲ ਔਰ ਸੈਕਸੁਅਲ ਹੈਲਥ ਦਾ ਸੱਤਿਆਨਾਸ਼ ਮਾਰ ਰਿਹਾ। ਹੁਣ ਇਹ ਜਿਹੜੇ ਕਪਲਸ ਨੇ, ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਕਿ ਜਿਹੜੇ ਕਪਲਸ ਨੇ ਹੁਣ ਉਹ ਕੀ ਇਸ ਸਿਚੁਏਸ਼ਨ 'ਚ ਕਿੱਦਾਂ ਮੈਨੇਜ ਕਰ ਰਹੇ ਜਾਂ ਕਿੱਦਾਂ ਮੈਨੇਜ ਕਰਨ। ਉਹਦੇ ਜਿਹੜੇ ਕਪਲਸ ਹੈਗੇ ਨੇ ਥੋੜ੍ਹਾ ਜਿਹਾ ਹੈਲਦੀ ਲਾਈਫ ਸਟਾਈਲ ਹੈ ਜਿਹਨਾਂ ਦਾ, ਮੰਨ ਲਓ ਉਹ ਸੈਰ ਕਰਦੇ ਆ, ਯੋਗਾ ਕਰਦੇ ਆ, ਨੈਚੁਰਲ ਫੂਡਸ ਖਾਂਦੇ ਆ, ਫਲ ਖਾਂਦੇ ਆ, ਸਲਾਦ ਖਾਂਦੇ ਆ, ਕੋਈ ਅਨਨੈਚੁਰਲ ਫੂਡ ਨਹੀਂ ਖਾਂਦੇ, ਫਾਸਟ ਫੂਡ ਨਹੀਂ ਖਾਂਦੇ। ਬਹੁਤ ਸਾਰੇ ਕਪਲ ਜਿਹੜੇ ਨੇ ਹੈਲਥ ਕੌਨਸ਼ੀਅਸ ਹੋ ਗਏ ਆ, ਸੈਰ ਕਰਦੇ ਆ ਜਾਂ ਕੁਛ ਨਾ ਕੁਛ ਉਹ ਆਪਣੀ ਹੈਲਥ ਪ੍ਰਤੀ ਕੌਨਸ਼ੀਅਸ ਨੇ, ਉਹ ਤਾਂ ਬਚੇ ਹੋਏ ਆ। ਜਿਹੜੇ ਕਪਲ ਜਿਹੜੇ ਨੇ ਬਹੁਤ ਹੀ ਅਵੇਸਲੇ ਨੇ ਉਹ ਇਹਦੀ ਮਾਰ 'ਚ ਆਉਂਦੇ ਆ, ਅਤੇ ਉਹ ਅਵੇਸਲੇ ਕਪਲ ਦੀ ਗਿਣਤੀ ਥੋੜ੍ਹੀ ਨਹੀਂ ਹੈਗੀ, ਬਹੁਤ ਜ਼ਿਆਦਾ ਹੈ। ਰਾਦਰ ਮੈਂ ਕਹੂੰਗਾ ਕਿ ਜਿਹੜੇ ਚੇਤਨ ਕਪਲ ਨੇ ਉਹਨਾਂ ਦੀ ਗਿਣਤੀ ਮਾਈਨੋਰਿਟੀ 'ਚ ਹੈ, ਘੱਟ ਗਿਣਤੀ ਹੈ। ਅਤੇ ਮੈਜੋਰਟੀ ਇਸ ਵੇਲੇ ਉਹ ਕਪਲ ਨੇ ਜਿਹੜੇ ਕਿ ਉਸ ਮਾਰੀ ਦਾ, ਕਿਉਂਕਿ ਰੁਜ਼ਗਾਰ ਨਹੀਂ ਹੈ, ਬਹੁਤ ਔਖੀ ਹੈ ਰੋਜ਼ੀ ਰੋਟੀ ਕਮਾਉਣੀ, ਤਾਂ ਉਹ ਸਾਰੇ 'ਚ ਇੰਨਾ ਜ਼ਿਆਦਾ ਵਿਚਾਰੇ ਰੁਲ ਜਾਂਦੇ ਆ। ਉਹ ਬੀਵੀ ਵੀ ਕੰਮ ਕਰਦੀ ਹੈ, ਪਤੀ ਵੀ ਕੰਮ ਕਰਦਾ ਹੈ, ਬੱਚਿਆਂ ਨੂੰ ਤਿਆਰ ਵੀ ਕਰਨਾ ਹੈ। ਹੁਣ ਪਤਨੀ ਜਿਹੜੀ ਆ ਉਹ ਕੀ ਕਰੇ, ਸਵੇਰੇ ਉੱਠਣ ਸਾਰ ਪਹਿਲਾਂ ਬੱਚਿਆਂ ਨੂੰ ਤਿਆਰ ਕਰਦੀ ਹੈ, ਫਿਰ ਸਕੂਲ ਤੋਰਦੀ ਹੈ, ਫਿਰ ਨੌਕਰੀ ਜਾਂਦੀ ਹੈ, ਫਿਰ ਘਰ ਆ ਕੇ ਫਿਰ ਉਹੀ ਸਾਰਾ ਘਰ ਦਾ ਕੰਮ ਕਰਦੀ ਹੈ। ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੀ ਸਿਹਤ ਜਿਹੜੀ ਹੈ ਉਹਦੇ ਅੰਦਰ ਸੈਕਸੁਅਲ ਸਿਹਤ ਵੀ ਆਉਂਦੀ ਹੈ ਕਿ ਉਹਦੀ ਇਫੈਕਟ ਹੋਣੀ ਹੈ।
ਉਹਦੇ 'ਚ ਕੁਝ ਜਿਹੜੇ ਚੇਤਨ ਕਪਲ ਨੇ, ਜਿਹੜੇ ਆਪਣੀ ਸਿਹਤ ਪ੍ਰਤੀ ਚੇਤਨ ਨੇ, ਉਹ ਤਾਂ ਬਚ ਜਾਂਦੇ ਆ ਕੁਝ ਸਾਲਾਂ ਤੱਕ, ਘੱਟੋ ਕੁਝ ਸਾਲਾਂ ਤੱਕ ਬਚ ਜਾਣਗੇ। ਜਿਹੜੇ ਯੰਗ ਜਿਹੜੀ ਉਹਨਾਂ ਦੀ ਐਕਟਿਵ ਲਾਈਫ ਹੈ, ਉਹ ਜੇ ਮੰਨ ਲਓ ਬਹੁਤ ਸੈਰ ਕਰਨ ਵਾਲੇ ਆ, ਯੋਗਾ ਕਰਨ ਵਾਲੇ ਆ, ਅੱਛਾ ਖਾਂਦੇ ਆ, ਨੈਚੁਰਲ ਫੂਡ ਲੈਂਦੇ ਆ, ਤਾਂ ਉਹ ਬਚ ਜਾਂਦੇ ਆ। ਜਾਂ ਬਹੁਤ ਅੱਜ ਕੱਲ੍ਹ ਜਿੰਨੀ ਰਿਸਰਚ ਹੋ ਰਹੀ ਹੈ, ਉਹ ਪੈਰਲਲ ਰਿਸਰਚ ਬਹੁਤ ਅੱਛੀ ਹੋ ਰਹੀ ਹੈ ਹੁਣ, ਕਿ ਕਿਵੇਂ ਸਿਹਤਮੰਦ ਰਹਿਣਾ ਹੈ। ਉਹਦੇ ਉੱਪਰ ਬਹੁਤ ਜ਼ਿਆਦਾ ਜਿਵੇਂ ਆਪਾਂ ਵੀ ਹੁਣੇ ਸਿਹਤ ਸੁਧਾਰ ਚੈਨਲ ਸ਼ੁਰੂ ਕੀਤਾ, ਤਾਂ ਉਹ ਜਿਹੜਾ ਇਹ ਵੀ ਇਸੇ ਉਹਦੇ 'ਚੋਂ ਕੀਤਾ ਆਪਾਂ ਨੇ, ਕਿ ਬਹੁਤ ਇੱਛਾ ਹੈ ਲੋਕਾਂ 'ਚ ਇਹ ਜਾਣਨ ਦੀ ਕਿ ਅਸੀਂ ਸਿਹਤਮੰਦ ਕਿਵੇਂ ਰਹੀਏ ਇਹ ਸਾਰੇ ਹਾਲਾਤ ਦੇ ਅੰਦਰ। ਤਾਂ ਉਸ ਜਿਹੜੀ ਇੱਛਾ ਹੈ, ਉਹਦੇ 'ਚੋਂ ਜਿਹੜੇ ਕਪਲ ਉਸ ਇੱਛਾ ਨੂੰ ਦੇ ਹਿਸਾਬ ਨਾਲ ਆਪਣੇ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਆ, ਉਹ ਬਚਾ ਰਹਿ ਜਾਂਦਾ ਉਹਨਾਂ ਦਾ। ਜਿਹੜੇ ਕਪਲ ਨਹੀਂ ਕਰਦੇ, ਉਹ ਫਿਰ ਉਹਦੇ 'ਚ ਬਹੁਤ ਜ਼ਿਆਦਾ ਦਰੜੇ ਜਾਂਦੇ ਆ। ਡਾਕਟਰ ਸਾਹਿਬ, ਜਿਹੜਾ ਇਹਦੇ 'ਚ ਐਲੋਪੈਥੀ ਦੀਆਂ ਦਵਾਈਆਂ ਜਿਹੜੀਆਂ ਨੇ ਅੱਜ ਕੱਲ੍ਹ ਲੈ ਰਹੇ ਨੇ ਮੁੰਡੇ ਕੁੜੀਆਂ, ਯੰਗ ਜਿਹੜੇ ਕਪਲ ਨੇ, ਇੱਕ ਦੂਜੇ ਨੂੰ ਮਤਲਬ ਜਿਸ ਤਰ੍ਹਾਂ ਸੈਕਸ ਵਰਧਕ ਦਵਾਈਆਂ ਜਿਹੜੀਆਂ ਹੁੰਦੀਆਂ ਨੇ, ਉਹਦਾ ਕਿੰਨਾ ਕੁ ਰੋਲ ਇਹਦੇ 'ਚ ਆ ਰਿਹਾ ਅਤੇ ਕਿੰਨਾ ਕੁ ਉਹ ਨੁਕਸਾਨ ਕਰ ਰਹੀਆਂ ਨੇ ਉਹ ਚੀਜ਼ਾਂ? ਉਹ ਤੁਸੀਂ ਫੋਰਚੂਨੇਟਲੀ ਕਹੋ ਜਾਂ ਅਨਫੋਰਚੂਨੇਟਲੀ ਕਹੋ, ਖੁਸ਼ਕਿਸਮਤੀ ਕਹੋ ਜਾਂ ਬਦਕਿਸਮਤੀ ਕਹੋ, ਕਿ ਇਹੋ ਜਿਹੀਆਂ ਦਵਾਈਆਂ ਡਿਵੈਲਪ ਹੋ ਗਈਆਂ ਨੇ ਜਿਹਦੇ ਨਾਲ ਕਿ ਇੱਕ ਵਾਰੀ ਤੁਸੀਂ ਉਹ ਗੋਲੀ ਖਾਓ ਤਾਂ ਤੁਸੀਂ ਸੈਕਸ ਕਰ ਸਕਦੇ ਹੋ। ਤੁਹਾਡੇ ਅੰਦਰ ਜਿਹੜੀ ਕਮਜ਼ੋਰੀ ਹੈ ਉਹ ਲੁਕ ਜਾਂਦੀ ਹੈ ਇੱਕ ਵਾਰੀ ਆਰਜੀ ਤੌਰ 'ਤੇ। ਉਹ ਖਾਣ ਦੇ ਬੱਚੇ ਆਦੀ ਹੋ ਰਹੇ ਆ, ਯੰਗ ਬੱਚੇ ਈਵਨ ਹੋ ਰਹੇ ਆ। ਔਰ ਅਸਲ 'ਚ ਜਿਹੜੀ ਰਿਸਰਚ ਅਸੀਂ ਕੀਤੀ ਸੀਗੀ, ਉਹ ਰਿਸਰਚ ਦਾ ਬੇਸਿਸ ਹੀ ਇਹੀ ਸੀਗਾ ਕਿ ਸਾਨੂੰ ਹੋਰ ਕੋਈ ਸਾਧਨ ਨਹੀਂ ਸੀ ਮਿਲ ਰਿਹਾ, ਕਿਉਂਕਿ ਇੰਨਾ ਸੈਂਸੀਟਿਵ ਇਸ਼ੂ ਹੈ, ਕੋਈ ਡਿਸਕਸ ਨਹੀਂ ਕਰਦਾ ਤੁਹਾਡੇ ਨਾਲ। ਤਾਂ ਅਸੀਂ ਬੜੀ ਕੋਸ਼ਿਸ਼ ਕੀਤੀ ਲੋਕਾਂ ਨਾਲ ਗੱਲ ਕਰਨ ਦੀ, ਲੇਕਿਨ ਲੋਕ ਗੁੰਮਸੁੰਮ ਹੋ ਜਾਂਦੇ ਆ ਜਦੋਂ ਉਹਨੇ ਸਵਾਲ ਪੁੱਛੀਦਾ ਤਾਂ ਨਾ ਹਾਂ ਨਾ। ਤਾਂ ਉਹ ਇੰਨਾ ਸੈਂਸੀਟਿਵ ਹੈ ਕਿ ਉਹ ਗੱਲ ਕਰਨਾ ਹੀ ਨਹੀਂ ਚਾਹੁੰਦੇ। ਫਿਰ ਅਸੀਂ ਇਹ ਤਰੀਕਾ ਲੱਭਿਆ ਸੀਗਾ ਕਿ ਅਸੀਂ ਕੈਮਿਸਟਾਂ ਕੋਲ ਜਾਣਾ ਸ਼ੁਰੂ ਕੀਤਾ ਕਿ ਵੀ ਉਹ ਦਵਾਈਆਂ ਕਿੰਨੀਆਂ ਕੁ ਚੱਲਦੀਆਂ ਨੇ। ਉੱਥੋਂ ਜਾ ਕੇ ਸਾਨੂੰ ਇੱਕਦਮ ਜਿਹੜਾ ਮਤਲਬ ਸਾਡੇ ਤਾਂ ਬੰਬ ਛੱਲ ਗਿਰਿਆ ਜਦੋਂ ਸਾਨੂੰ ਇਹ ਪਤਾ ਲੱਗਾ। ਸਾਨੂੰ ਸੀ ਅਵੇਅਰ ਨਹੀਂ ਸੀ ਪਹਿਲਾਂ। ਉਹ ਕਹਿੰਦੇ ਜੀ ਇਹ ਤਾਂ ਨਸ਼ਿਆਂ ਵਾਲੀਆਂ ਗੋਲੀਆਂ ਨਾਲੋਂ ਵੀ ਜ਼ਿਆਦਾ ਚੱਲ ਰਹੀਆਂ ਨੇ। ਔਰ ਸ਼ਾਮ ਨੂੰ ਸਾਡੇ ਲਾਈਨ ਲੱਗੀ ਹੁੰਦੀ ਇੱਥੇ, ਕੋਈ ਨਾ ਕੋਈ ਜਾਂਦਾ ਬੰਦਾ ਗੋਲੀ ਖਾ ਕੇ ਘਰ ਜਾਂਦਾ। ਤਾਂ ਉਹ ਜਿਹੜਾ ਵਰਤਾਰਾ ਹੈ ਉਹ ਬਹੁਤ ਪ੍ਰਚਲਨ ਹੋ ਗਿਆ, ਈਵਨ ਯੰਗ ਬੱਚਿਆਂ 'ਚ ਹੋ ਗਿਆ, ਨਾਟ ਸਿਰਫ ਬਜ਼ੁਰਗਾਂ 'ਚ ਨਹੀਂ ਜਾਂ ਸਿਰਫ ਦੇੜ ਉਮਰ ਦੇ 'ਚ ਨਹੀਂ, ਯੰਗ ਬੱਚੇ ਵੀ ਜਿਹੜੀ ਹੈ ਖਾ ਰਹੇ ਆ। ਉਹਦੀ ਜਿਵੇਂ ਐਲੋਪੈਥੀ ਨੇ ਬਾਕੀ ਦਵਾਈਆਂ 'ਚ ਦਿੱਕਤ ਹੁੰਦੀ ਹੈ ਕਿ ਜਦੋਂ ਤੁਸੀਂ ਉਹਨੂੰ ਰੋਜ਼ ਖਾਣਾ ਸ਼ੁਰੂ ਕਰ ਦਿਓਗੇ ਬਹੁਤ ਫਰੀਕੁਐਂਟਲੀ, ਜੇ ਤਾਂ ਕਦੀ ਖਾਓਗੇ ਤਾਂ ਤੁਸੀਂ ਆਦੀ ਨਹੀਂ ਹੋਵੋਗੇ ਜਾਂ ਤੁਹਾਡੇ ਸਰੀਰ 'ਤੇ ਮਾੜਾ ਅਸਰ ਨਹੀਂ ਆਏਗਾ। ਲੇਕਿਨ ਤੁਸੀਂ ਰੋਜ਼ ਹੀ ਖਾਓਗੇ ਉਹਨੂੰ, ਕਿਉਂਕਿ ਲੋਕ ਫਿਰ ਇੱਕ ਵਾਰ ਲੋਕਾਂ ਨੂੰ ਜਦੋਂ ਜਿਹਨੂੰ ਕਹਿੰਦੇ ਸੌਖਾ ਸਾਧਨ ਲੱਭ ਜੇ ਤਾਂ ਉਹਦੀ ਦੁਰਵਰਤੋਂ ਬਹੁਤ ਹੁੰਦੀ ਹੈ। ਤਾਂ ਉਹ ਜਦੋਂ ਤੁਸੀਂ ਬਹੁਤ ਜ਼ਿਆਦਾ ਰੋਜ਼ ਖਾਓਗੇ ਤਾਂ ਉਹਦੀ ਡੋਜ਼ ਵਧੇਗੀ, ਕਿਉਂਕਿ ਕੁਦਰਤੀ ਗੱਲ ਹੈ। ਕੁਦਰਤ ਜਿਹੜੀ ਚੀਜ਼ ਜ਼ਹਿਰ ਹੈ, ਸਰੀਰ ਉਹਨੂੰ ਜ਼ਹਿਰ ਮੰਨਦਾ ਤਾਂ ਸਰੀਰ ਉਹਨੂੰ ਅੰਦਰੋਂ ਜਿਹੜਾ ਲਿਵਰ ਹੈ ਉਹਨੂੰ ਡਿਸਟਰੋਏ ਕਰਨਾ ਸ਼ੁਰੂ ਕਰ ਦਿੰਦਾ। ਤਾਂ ਉਹ ਉਨੀ ਤੋਂ ਅਸਰ ਕਰਨਾ ਬੰਦ ਹੋ ਜਾਂਦਾ। ਤਾਂ ਫਿਰ ਹੌਲੀ ਡੋਜ਼ ਵੱਧਦੀ ਹੈ। ਔਰ ਮੈਨੂੰ ਮਤਲਬ ਮਾਯੂਸੀ ਹੋਈ ਹੈ ਜਾਣ ਕੇ ਕਿ ਜਿਹੜੀ ਰਿਕਮੈਂਡਡ ਡੋਜ਼ ਹੈ ਉਸ ਤੋਂ 4 5 ਗੁਣਾ ਦੋ ਜਿਹੜੀ ਹੈ ਉਹ ਡੋਜ਼ ਖਾ ਰਹੇ ਆ ਬੱਚੇ। ਔਰ ਜਿਹਦਾ ਕੁਦਰਤੀ ਗੱਲ ਹੈ ਕਿ ਉਹਨਾਂ ਦੇ ਸਰੀਰ ਦੇ ਉੱਪਰ ਅਲਟੀਮੇਟਲੀ ਬੁਰਾ ਪ੍ਰਭਾਵ ਪਏਗਾ। ਔਰ ਇੱਥੋਂ ਤੱਕ ਵੀ ਰਿਪੋਰਟਾਂ ਨੇ ਕਿ ਜਿਹੜਾ ਉਹ ਖਾਸ ਕਰਕੇ ਸ਼ਰਾਬ ਪੀ ਲੈਂਦੇ ਆ ਪਹਿਲਾਂ ਅਤੇ ਨਾਲ ਉਹ ਗੋਲੀ ਖਾ ਲੈਂਦੇ ਆ ਅਤੇ ਈਵਨ ਡੈਥਸ ਹੋ ਜਾਂਦੀਆਂ ਉਹਦੇ ਨਾਲ। ਈਵਨ ਬੰਦਾ ਉਹ ਡੋਜ਼ ਡਿਊਰਿੰਗ ਜਿਹੜੇ ਉਸ ਪ੍ਰੋਸੈਸ 'ਚ ਹੀ ਉਹਦੀ ਡੈਥ ਹੋ ਜਾਂਦੀ ਹੈ। ਤਾਂ ਇਹ ਜਿਹੜਾ ਬੜਾ ਖਤਰਨਾਕ ਵਰਤਾਰਾ ਹੈ ਅੰਗਰੇਜ਼ੀ ਦਵਾਈਆਂ ਖਾਣ ਵਾਲਾ। ਇੱਕ ਤਾਂ ਸਰੀਰ 'ਤੇ ਮਾੜਾ ਅਸਰ ਹੈ ਉਹਦਾ, ਦੂਜੀ ਗੱਲ ਉਹਦੀ ਡੋਜ਼ ਵਧੀ ਜਾਂਦੀ ਹੈ ਲਗਾਤਾਰ, ਔਰ ਤੀਜੀ ਗੱਲ ਹੈ ਕਿ ਉਹ ਕੋਈ ਨੈਚੁਰਲ ਨਹੀਂ ਹੈ, ਅਨਨੈਚੁਰਲ ਹੈ ਬਿਲਕੁਲ ਹੀ, ਕਿਉਂਕਿ ਤੁਹਾਡੇ ਅੰਦਰ ਗਿਲਟ ਕੰਪਲੈਕਸ ਤਾਂ ਫਿਰ ਵੀ ਰਹੇਗਾ ਨਾ। ਤਾਂ ਉਹਦੀ ਮੇਰੀ ਤਾਂ ਜਿਹੜੀ ਸਲਾਹ ਇਹੀ ਹੈ ਕਪਲਸ ਨੂੰ ਕਿ ਉਹਨੂੰ ਘੱਟ ਤੋਂ ਘੱਟ ਰਿਜ਼ੋਰਟ ਟੂ ਕਰੋ। ਜੇ ਕੋਈ ਲੈਣੀ ਹੈਲਪ ਤਾਂ ਆਯੁਰਵੇਦ ਦੇ ਅੰਦਰ ਕੁਛ ਦਵਾਈਆਂ ਹੈਗੀਆਂ ਨੇ ਜਿਹੜੀਆਂ ਲੰਬੇ ਸਮੇਂ 'ਚ ਕੁਛ ਹੈਲਪ ਕਰਦੀਆਂ ਨੇ, ਜਾਂ ਫਿਰ ਜਿਹੜਾ ਹੈਲਦੀ ਲਾਈਫ ਸਟਾਈਲ ਹੈ, ਖਾਣ ਪੀਣ ਹੈ ਤੁਹਾਡਾ ਉਹ ਠੀਕ ਕਰੋ, ਐਕਸਰਸਾਈਜ਼ ਕਰੋ, ਫਿਜ਼ੀਕਲੀ ਫਿੱਟ ਰਹੋ, ਮੈਂਟਲੀ ਸਟ੍ਰੈਸ 'ਚ ਨਾ ਆਓ, ਮਾਰਾਮਾਰੀ ਬੰਦ ਕਰੋ ਕਰਨੀ, ਆਪਣੇ ਖਰਚੇ ਘਟਾਓ। ਜਿਹੜੇ ਅਸੀਂ ਫालतू ਖਰਚੇ ਖੜੇ ਕਰ ਰੱਖੇ ਆ, ਅੱਜ ਰੀਅਲ ਖਰਚੇ ਬਹੁਤ ਘੱਟ ਹੁੰਦੇ ਆ। ਕੁਲਵੰਤ ਜੀ ਜਿਹੜੇ ਕਪਲਸ ਨੇ ਜਾਂ ਅਸੀਂ ਲੋਕਾਂ ਨੇ ਸਭ ਨੇ ਅਸੀਂ ਕਿ ਜਿਹੜਾ ਸਾਨੂੰ ਇੱਕ ਬੜੀ ਗੰਦੀ ਆਦਤ ਪੈ ਗਈ ਹੈ, ਅਸੀਂ ਕੰਜ਼ਿਊਮਰ ਕਲਚਰ ਦਾ ਸ਼ਿਕਾਰ ਹੋ ਗਏ ਹਾਂ। ਅਸੀਂ ਫालतू ਚੀਜ਼ਾਂ ਖਰੀਦੀ ਜਾਂਦੇ ਹਾਂ। ਸਾਨੂੰ ਸਿਰਫ ਉਹ ਚੀਜ਼ਾਂ ਖਰੀਦਣੀਆਂ ਚਾਹੀਦੀਆਂ ਜਿਹੜੀ ਸਾਡੀ ਜੀਵਨ ਲਈ ਨੈਸੈਸਰੀ ਨੇ, ਤਾਂ ਕਿ ਸਾਡੇ ਖਰਚੇ ਇੰਨੇ ਨਾ ਹੋਣ ਕਿ ਸਾਨੂੰ ਮਾਰਾਮਾਰੀ ਕਰਨੀ ਪਵੇ ਅਤੇ ਜ਼ਿੰਦਗੀ 'ਚ ਕੁਝ ਸਕੂਨ ਹੋਵੇ, ਕੋਈ ਖਾਲੀ ਟਾਈਮ ਹੋਵੇ ਕਿ ਤੁਸੀਂ ਕੋਈ ਲਿਟਰੇਚਰ ਪੜ੍ਹੋ, ਤੁਸੀਂ ਕੋਈ ਕਹਾਣੀਆਂ ਪੜ੍ਹੋ, ਕੋਈ ਗੀਤ ਗਾਓ, ਕੋਈ ਮਿਊਜ਼ਿਕ ਸਿੱਖੋ, ਕੋਈ ਡਾਂਸ ਕਰੋ, ਕੋਈ ਆਪਸ ਸੋਸ਼ਲਾਈਜ਼ ਕਰੋ, ਸਮਾਜ 'ਚ ਵਿਚਰੋ ਅਤੇ ਸਟ੍ਰੈਸ ਫਰੀ ਹੋਵੋ। ਤੁਸੀਂ ਥੋੜ੍ਹੇ ਬਹੁਤੇ ਕੋਈ ਸਪਿਰਿਚੁਅਲਿਟੀ ਵੱਲ ਜਾਓ, ਕੋਈ ਮੰਦਰ ਗੁਰਦੁਆਰੇ ਜਾਓ, ਕੋਈ ਕਿਸੇ ਮੈਡੀਟੇਸ਼ਨ ਕਰੋ। ਤਾਂ ਉਹ ਮਾਰਾਮਾਰੀ ਜਿਹੜੀ ਹੈ ਨਾ, ਉਹ ਤਾਂ ਮਾਰਾਮਾਰੀ 'ਚ ਜਿਹੜਾ 60-70% ਹਿੱਸਾ ਜਿਹੜਾ ਅਸੀਂ ਉਹਨੂੰ ਘਟਾ ਸਕਦੇ ਹਾਂ ਜੇ ਅਸੀਂ ਖਰਚੇ ਰੀਅਲ ਕਰੀਏ ਅਤੇ ਆਪਣੇ ਬੱਚਿਆਂ ਨੂੰ ਵੀ ਉੱਦਾਂ ਦੀ ਟ੍ਰੇਨਿੰਗ ਦਈਏ ਕਿ ਬੇਟਾ ਉਹ ਖਰਚੇ ਕਰੋ ਜਿਹੜੇ ਕਿ ਆਪਣੇ ਅਸਲੀ ਜ਼ਿੰਦਗੀ ਨੂੰ ਜਿਉਣ ਲਈ ਜ਼ਰੂਰੀ ਨੇ।
ਅਸੀਂ ਫालतू ਫੈਸ਼ਨਦਾਰ ਕੱਪੜੇ, ਫੈਸ਼ਨਦਾਰ ਜੁੱਤੇ, ਫੈਸ਼ਨਦਾਰ ਖਾਣਾ, ਹੋਟਲਾਂ 'ਚ ਖਾਣਾ, ਰੈਸਟੋਰੈਂਟਾਂ 'ਚ ਜਾਣਾ, ਮਹਿੰਗੇ ਮਹਿੰਗੇ ਜਾ ਕੇ ਟੂਰਿੰਗ ਕਰਨੀ, ਜਿਹੜੀ ਕਿ ਜਿਹਦਾ 'ਚੋਂ ਨਿਕਲਦਾ ਅਲਟੀਮੇਟਲੀ ਕੁਛ ਨਹੀਂ ਹੈ। ਉਹਦੇ 'ਚ ਖਰਚੇ ਤੁਹਾਡੇ ਵੱਧ ਜਾਂਦੇ ਆ ਅਤੇ ਤੁਹਾਡੀ ਤੁਸੀਂ ਜੇ ਮਤਲਬ ਮੰਨ ਲਓ 10 ਦਿਨ ਦਾ ਟੂਰ ਲਾ ਹੈ ਤਾਂ ਅਗਲੇ 6 ਮਹੀਨੇ ਪੁੱਠੇ ਲਟਕੇ ਰਹੋਗੇ ਜਿੰਨਾ ਇੰਨਾ ਖਰਚਾ ਕਰ ਦੋਗੇ ਤੁਸੀਂ। ਤਾਂ ਉਹ ਜਿਹੜੇ ਖਰਚੇ ਸਾਡੇ ਫालतू ਨੇ, ਕਾਰਾਂ ਵੱਡੀਆਂ ਵੱਡੀਆਂ ਲੈਣੀਆਂ, ਘਰ ਵੱਡੇ ਵੱਡੇ ਮਹਿੰਗੇ ਮਹਿੰਗੇ ਘਰ ਬਣਾਉਣੇ। ਤਾਂ ਮੈਂ ਘਰ ਬਹੁਤ ਜੇ ਰੀਅਲ ਘਰ ਆਪਾਂ ਬਣਾਉਣਾ ਚਾਹੀਏ ਤਾਂ ਜਿੱਦਾਂ ਦੇ ਘਰ ਅਸੀਂ ਹੁਣ ਬਣਾ ਰਹੇ ਹਾਂ ਇਹਦੇ ਨਾਲੋਂ ਤੀਜਾ ਹਿੱਸਾ ਖਰਚੇ 'ਚ ਘਰ ਬਣ ਸਕਦਾ। ਤਾਂ ਉਹ ਅਸੀਂ ਬੈਂਕਾਂ ਤੋਂ ਲੋਨ ਲੈ ਕੇ ਪਹਿਲਾਂ ਬਣਾ ਲੈਂਦੇ ਹਾਂ, ਫਿਰ ਬੈਂਕਾਂ ਦੀਆਂ ਕਿਸ਼ਤਾਂ ਦੇਈ ਜਾਂਦੇ ਹਾਂ। ਤਾਂ ਇਹ ਸਾਰਾ ਜਿਹੜਾ ਸਾਡਾ ਲਾਈਫ ਸਟਾਈਲ ਐਸਾ ਬਣ ਗਿਆ ਸਾਡਾ ਕਿ ਅਸੀਂ ਜਿੱਥੇ ਖੇਤੀ ਤੋਂ ਲੈ ਕੇ ਫੂਡ ਦੇ ਸਟਾਈਲ ਤੋਂ ਲੈ ਕੇ ਆਪਣੇ ਸੱਭਿਆਚਾਰ ਹੈ, ਆਪਣਾ ਜਿਹੜਾ ਦ੍ਰਿਸ਼ਟੀਕੋਣ ਹੈ ਲਾਈਫ ਪ੍ਰਤੀ, ਉਹ ਐਸਾ ਬਣਾ ਲਿਆ ਕਿ ਅਸੀਂ ਤਣਾਅ ਬਹੁਤ ਕ੍ਰੀਏਟ ਕਰ ਲਿਆ। ਸੋ ਤਣਾਅ ਵੀ ਜਿਹੜਾ ਉਹ ਘਟਾਉਣਾ ਚਾਹੀਦਾ ਆਪਣੀ ਲਾਈਫ 'ਚ। ਸੋ ਇਹ ਸਨ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਹੁਣ ਤੱਕ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਸਾਡੀ ਸੈਕਸ ਸਿਹਤ, ਸਾਡੀ ਪ੍ਰਜਨਨ ਪ੍ਰਣਾਲੀ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਅਤੇ ਕਿਸ ਤਰੀਕੇ ਨਾਲ ਅਸੀਂ ਜਿਹੜਾ ਹੁਣ ਤੱਕ ਆਪਣੇ ਆਪ ਨੂੰ ਇਸ ਹਾਲਤ 'ਚ ਲੈ ਆਂਦਾ ਕਿ ਨਾ ਤਾਂ ਅਸੀਂ ਸੈਕਸ ਕਰਨ ਦੇ ਲਾਇਕ ਰਹੇ ਹਾਂ ਅਤੇ ਨਾ ਹੀ ਅਸੀਂ ਅੱਗੇ ਬੱਚਾ ਪੈਦਾ ਕਰਨ ਦੇ ਲਾਇਕ ਰਹੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਿਸਟਮ ਜਿਹੜਾ ਹੁਣ ਤੱਕ ਅਸੀਂ ਆਪਣੇ ਆਪ ਖਰਾਬ ਕਰ ਲਿਆ, ਉਸ ਨੂੰ ਅਸੀਂ ਕਿਸ ਤਰੀਕੇ ਠੀਕ ਕਰ ਸਕਦੇ ਹਾਂ। ਕਿ ਐਲੋਪੈਥੀ ਦਵਾਈਆਂ ਉਹਦੇ ਵਿੱਚ ਸਹਾਇਕ ਹੋਣਗੀਆਂ, ਕਿ ਹਾਰਬਲ ਦਵਾਈਆਂ ਉਹਦੇ ਵਿੱਚ ਸਹਾਇਕ ਹੋਣਗੀਆਂ, ਜਾਂ ਫਿਰ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਜੋ ਕੁਝ ਵੀ ਆਪਾਂ ਦੇ ਕੋਲ ਮੌਜੂਦ ਹੈ ਉਸ ਦੇ ਨਾਲ ਹੀ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇਸੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।